ਲੰਘੇ ਸ਼ਾਮ ਗਵਰਨਰ ਸਾਹਿਬ ਨੇ ਦਿੱਤੀ ਪਾਰਟੀ। ਮੁੱਖ ਮੰਤਰੀ ਸੱਦਣ ਦੇ ਬਾਵਜੂਦ ਗਏ ਨਾ। ਗਵਰਨਰ ਸਾਹਿਬ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੀ ਕੰਨ 'ਚ ਕੁਝ ਕਹਿ ਰਹੇ ਸੀ। ਕੀ ਸੁਨੇਹਾ ਮੁੱਖ ਮੰਤਰੀ ਲਈ ਭੇਜਿਆ ਕੋਈ, ਜਾਂ ਕੋਈ ਗੁਰਮੰਤਰ ਦਿੱਤਾ? ਦੂਜਾ ਸਵਾਲ ਵੀ ਅਹਿਮ ਆ। ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਨੂੰ ਜਵਾਬ ਭੇਜਿਆ। ਕੀ ਜਵਾਬ ਭੇਜਿਆ? ਤੀਜਾ ਸਵਾਲ, ਕੀ ਦਵਿੰਦਰਪਾਲ ਸਿੰਘ ਭੁੱਲਰ ਮਹੀਨੇ ਬਾਅਦ ਰਿਹਾ ਕਰਤੇ ਜਾਣਗੇ? ਚੌਥਾ ਸਵਾਲ, ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਰਫੜ ਪੈ ਗਿਆ? ਇੰਡੀਆ ਨਾਂ ਦਾ ਗੱਠਜੋੜ ਖਤਰੇ 'ਚ ਹੈ, ਕਿਉਂਕਿ ਸ਼ਰਦ ਪਵਾਰ ਦੀਆਂ ਗੁਪਤ ਮੀਟਿੰਗਾਂ ਦਾ ਵੀ ਜ਼ਿਕਰ ਅੱਗੇ ਵਧ ਰਿਹਾ। ਉਧਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨਾਜ਼ੁਕ ਹੋ ਰਹੀ ਹੈ, ਲੇਕਿਨ ਹਿਮਾਚਲ, ਸਾਡਾ ਛੋਟਾ ਭਰਾ ਗਵਾਂਢੀ ਸੂਬਾ, ਪੂਰੀ ਤਰ੍ਹਾਂ ਤਬਾਹ ਹੋ ਗਿਆ। 10 ਸਾਲ ਤੱਕ ਪੈਰਾਂ ਤੇ ਖੜਾ ਹੋਣ ਜੋਗਾ ਨਹੀਂ। ਇਨਫਰਾਸਟ੍ਰਕਚਰ ਦੇ ਨਾਂ ਤੇ ਕਿੰਨਾ ਕੁਝ ਉੱਥੇ ਚਾਹੀਦਾ ਹੋਊਗਾ। ਬਹੁਤ ਮੁਸ਼ਕਲ ਸਥਿਤੀ ਬਣੀ ਹੋਈ ਆ। ਸਭ ਤੋਂ ਪਹਿਲਾਂ ਚੱਲਦੇ ਆ, ਗਵਰਨਰ ਪੰਜਾਬ ਵੱਲੋਂ ਇੱਕ ਟ੍ਰੈਡੀਸ਼ਨਲ ਪਾਰਟੀ ਜਿਹੜੀ ਦਿੱਤੀ ਜਾਂਦੀ ਆ ਆਜ਼ਾਦੀ ਉਤਸਵ ਦੇ ਜਸ਼ਨ ਦੇ ਅਗਲੇ ਦਿਨ ਸ਼ਾਮ ਨੂੰ, ਉਹਦੇ ਵਿੱਚ ਮੁੱਖ ਮੰਤਰੀ ਦਾ ਨਾਮ ਪਹੁੰਚਣਾ। ਮੇਰੇ ਨਾਲ ਨੇ ਰਜੀਵ ਭਾਸਕਰ ਜੀ, ਸੀਨੀਅਰ ਜਰਨਲਿਸਟ, ਔਰ ਇੰਦਰਪ੍ਰੀਤ ਜੀ ਚੰਡੀਗੜ੍ਹ ਤੋਂ ਇੱਕ ਸੀਨੀਅਰ ਜਰਨਲਿਸਟ ਨੇ। ਮੈਂ ਇੰਦਰਪ੍ਰੀਤ ਜੀ ਵੱਲ ਜਾਣਾ ਚਾਹੂੰਗਾ। ਜਦੋਂ ਇਹ ਪਾਰਟੀ ਚੱਲ ਰਹੀ ਸੀਗੀ ਤਾਂ ਗਵਰਨਰ ਸਾਹਿਬ ਮੁੱਖ ਮੰਤਰੀ ਦੇ ਨਾਂ ਇੱਕ ਵਿਅੰਗ ਕਰਦੇ, ਕਹਿੰਦੇ ਤੋਪਾਂ ਡਰਾਉਂਦੀਆਂ ਲੱਗਦੀਆਂ ਜਿਹੜੀਆਂ ਬਾਹਰ ਰਾਜ ਭਵਨ ਤੇ ਲੱਗੀਆਂ ਨੇ। ਨਾਲ ਹੀ ਜਦੋਂ ਮੰਚ ਤੇ ਸਜੇ ਹੋਏ ਸੀ ਸੰਧਵਾ ਸਾਹਿਬ, ਦਰਮਿਆਨ ਦੇ ਵਿੱਚ ਹਰਿਆਣੇ ਦੇ ਗਵਰਨਰ ਸੀਗੇ, ਦੋਨਾਂ ਦੇ ਕੰਨ ਤੇ ਮੂੰਹ ਨੇੜੇ ਨੇੜੇ ਆਏ। ਜਿਹੜੀ ਲਿਪਸਿੰਗ ਸੀ, ਜਿਹੜੇ ਬੁੱਲਾਂ ਦੀ ਸਰਸਰਾਹਟ ਸੀ, ਲੋਕ ਉਹਦੇ ਅਰਥ ਕੱਢਦੇ ਰਹੇ। ਕਿਤੇ ਸਪੀਕਰ ਸਾਹਿਬ ਨੇ ਸੰਧਵਾ ਨੂੰ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਸੀਐਮ ਮਟੀਰੀਅਲ ਹੋ ਜਨਾਬ, ਤੇ ਅੱਗੋਂ ਸੰਧਵਾ ਸਾਹਿਬ ਨੇ ਕਿਹਾ ਹੋਵੇ ਕਿ ਹਜੂਰ ਕਾਤੋਂ ਸਪੀਕਰ ਦੀ ਕੁਰਸੀ ਵੀ ਖਤਰੇ 'ਚ ਪਾਉਂਦੇ ਹੋ, ਹੌਲੀ ਬੋਲੋ, ਕੰਧਾਂ ਦੇ ਵੀ ਕੰਨ ਹੁੰਦੇ ਆ। ਇੰਦਰਪ੍ਰੀਤ ਜੀ, ਗੱਲ ਤੋਰੋ। ਰੰਧਾਵਾ ਸਾਹਿਬ, ਦੇਖੋ, ਇਹ ਪਿਛਲੇ ਬਹੁਤ ਸਾਲਾਂ ਤੋਂ ਇੱਕ ਟ੍ਰੈਡੀਸ਼ਨ ਚਲੀ ਆ ਰਹੀ ਹੈ ਕਿ ਆਜ਼ਾਦੀ ਦੇ ਦਿਹਾੜੇ ਔਰ ਜਿਹੜਾ ਗਣਤੰਤਰ ਦਿਵਸ ਹੈ ਉਸ ਤੋਂ ਬਾਅਦ ਗਵਰਨਰ ਸਾਹਿਬ ਆਪਣੇ ਘਰ ਇੱਕ ਹਾਈ ਟੀ ਪਾਰਟੀ ਦਿੰਦੇ ਆ, ਜਿਸ 'ਚ ਸਾਰੇ ਡਿਗਨਿਟਰੀਜ਼ ਨੂੰ ਬੁਲਾਉਂਦੇ ਆ। ਮੁੱਖ ਮੰਤਰੀ, ਮੰਤਰੀ, ਬਿਊਰੋਕਰੈਟਸ ਸਾਰੇ ਹੁੰਦੇ ਆ। ਔਰ ਲਗਭਗ ਪਿਛਲੇ ਕਈ ਸਾਲਾਂ ਤੋਂ ਇਹ ਪ੍ਰਥਾ ਵੀ ਚੱਲੀ ਆ ਰਹੀ ਹੈ ਕਿ ਸਾਰੇ ਮੁੱਖ ਮੰਤਰੀ ਉਹ 'ਚ ਸ਼ਾਮਲ ਵੀ ਹੁੰਦੇ ਰਹੇ ਆ। ਇੱਕਾ ਦੁੱਕਾ ਟਾਈਮ ਕਦੇ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰ ਕਦੀ ਗੇੜੀ ਨਹੀਂ ਮਾਰੀ ਉੱਥੇ, ਉਹ ਆਪਣੇ ਰਿਪਰੈਜ਼ੈਂਟੇਟਿਵ ਤੌਰ ਦੇ ਪ੍ਰਨੀਤ ਕੌਰ ਹੋਰਾਂ ਨੂੰ ਭੇਜਦੇ ਹੁੰਦੇ ਸੀਗੇ, ਪਰ ਆਮ ਤੌਰ ਤੇ ਇੱਥੇ ਆਉਂਦੇ ਆ। ਬਾਦਲ ਸਾਹਿਬ ਨੇ ਤਾਂ ਕਦੇ ਵੀ ਮਤਲਬ ਮਿਸ ਨਹੀਂ ਕੀਤਾ, ਉਹ ਹਮੇਸ਼ਾ ਹੀ ਆਏ ਨੇ। ਪਰ ਇਸ ਸਰਕਾਰ ਬਦਲਣ ਤੋਂ ਬਾਅਦ ਪਹਿਲੀ ਵਾਰ ਜ਼ਰੂਰ ਮਤਲਬ ਆਏ ਸੀਗੇ ਭਗਵੰਤ ਮਾਨ, ਜਿਹੜਾ ਪਹਿਲਾ 15 ਅਗਸਤ ਹੋਇਆ, ਪਿਛਲੇ ਸਾਲ ਦਾ 15 ਅਗਸਤ ਸੀ, ਉਸ ਜ਼ਰੂਰ ਆਏ ਸੀ। ਲੇਕਿਨ ਉਸ ਤੋਂ ਬਾਅਦ 26 ਜਨਵਰੀ ਦਾ ਹੋਇਆ, ਉਸ 'ਚ ਵੀ ਨਹੀਂ ਆਏ, ਤੇ ਹੁਣ ਜਿਹੜਾ 15 ਅਗਸਤ ਹੈ ਇਹਦੇ ਵਿੱਚ ਵੀ ਨਹੀਂ ਆਏ। ਸੋ ਇਹ ਲੱਗ ਰਿਹਾ ਹੈ, ਮੈਨੂੰ ਇਹ ਲੱਗ ਰਿਹਾ ਸੀ ਵੀ ਜਿਵੇਂ ਸ਼ਾਇਦ ਕੱਲ ਉਹਨਾਂ ਕੋਲ ਇੱਕ ਬਹੁਤ ਅੱਛਾ ਮੌਕਾ ਸੀ ਵੀ ਜਿਹੜੀ ਇੰਨੀ ਉਹ ਚੱਲੀ ਆ ਰਹੀ ਹੈ, ਪੁਰਾਣੀ ਦੁਵੇਸ਼ ਚ ਚੱਲਿਆ ਆ ਰਿਹਾ ਦੋਨਾਂ ਦੇ ਵਿੱਚ, ਉਹਨੂੰ ਇੱਕ ਮਤਲਬ ਜਿਹਨੂੰ ਕਹਿੰਦੇ ਮਨ ਮਟਾਓ ਖਤਮ ਕਰਨ ਦਾ ਇੱਕ ਮੌਕਾ ਸੀ, ਜਿਹਨੂੰ ਉਹਨਾਂ ਨੇ ਗਵਾਤਾ। ਇਹ ਸਟੇਟ ਲਈ ਅੱਛਾ ਨਹੀਂ ਹੈ ਕਿ ਦੋ ਵੱਡੇ ਦਿੱਗਜ ਜਿਹੜੇ ਹੈਗੇ ਆ, ਅਲੱਗ-ਅਲੱਗ ਸੰਸਥਾਵਾਂ ਦੇ ਮੁਖੀ ਨੇ ਜਿਹੜੇ, ਉਹ ਇਸ ਤਰ੍ਹਾਂ ਝਗੜੇ ਦੇ ਵਿੱਚ ਪੈਣ ਔਰ ਉਸ ਝਗੜੇ ਦਾ ਅਸਰ ਜਿਹੜਾ ਹੈਗਾ ਉਹ ਲੋਕਾਂ ਦੇ ਉੱਤੇ ਆਏ। ਸੋ ਮੈਨੂੰ ਲੱਗਦਾ ਕਿ ਕੱਲ ਇਹ ਮੌਕਾ ਸੀ ਔਰ ਉਹ ਨਹੀਂ ਆਏ। ਹਾਂ, ਜਿਹੜੀ ਗੱਲ ਤੁਸੀਂ ਕੀਤੀ ਹੈ ਸੰਧਵਾ ਸਾਹਿਬ ਵਾਲੀ, ਇਹ ਤਾਂ ਠੀਕ ਹੈ, ਚਲੋ ਤੁਸੀਂ ਮਜ਼ਾਕੀਆ ਲਹਿਰ ਚ ਕਰ ਰਹੇ, ਲੇਕਿਨ ਉੱਥੇ ਜ਼ਰੂਰ ਇਹ ਸੀ ਔਰ ਲੋਕਾਂ ਨੇ ਇਹ ਬਹੁਤ ਗੁਫ਼ਤਗੂ ਵੀ ਕੀਤੀ ਆਪਸ ਚ ਵੀ ਕਿ ਕਿਤੇ ਇਹ ਤਾਂ ਨਹੀਂ ਵੀ ਸੀਐਮ ਜਿਹੜਾ ਪਹਿਲਾ ਆਪਰੇਸ਼ਨ ਲੋਟਸ ਬੀਜੇਪੀ ਨੇ ਚਲਾਇਆ ਸੀ ਉਹਦਾ ਤਾਂ ਹੁਣ ਕੁਝ ਪਤਾ ਨਹੀਂ ਕਿ ਦੁਬਾਰਾ ਉਹਦੀ ਤਿਆਰੀ ਤਾਂ ਨਹੀਂ ਸ਼ੁਰੂ ਕਰਤੀ ਹੈ, ਪਰ ਇਸ ਤਰ੍ਹਾਂ ਦਾ ਕੁਝ ਹਜੇ ਨਹੀਂ ਹੈ, ਗੱਲਾਂ ਤਾਂ ਉਸ ਸੇਮ ਸੀ। ਪਰ ਜਦੋਂ ਸੀਐਮ ਸਾਹਿਬ ਨੂੰ, ਸੌਰੀ ਰਾਜਪਾਲ ਸਾਹਿਬ ਨੂੰ ਜਦੋਂ ਮੀਡੀਆ ਕਰਮੀਆਂ ਨੇ ਪੁੱਛਿਆ ਕਿ ਸੀਐਮ ਸਾਹਿਬ ਨਹੀਂ ਆਏ ਜੀ, ਤਾਂ ਉਹਨਾਂ ਨੇ ਕਿਹਾ ਲੱਗਦਾ ਹੈ ਬਾਹਰ ਜਿਹੜੀਆਂ ਪਈਆਂ ਤੋਪਾਂ ਨੇ ਸਾਡੀਆਂ ਉਸ ਤੋਂ ਡਰ ਗਿਆ। ਤੁਹਾਨੂੰ ਯਾਦ ਹੋਊਗਾ ਜਦੋਂ ਵਿਧਾਨ ਸਭਾ ਦੇ ਵਿੱਚ ਲਾਸਟ ਈਅਰ ਗਵਰਨਰ ਸਾਹਿਬ ਦੇ ਖਿਲਾਫ, ਮਤਲਬ ਕਹੂੰਗਾ ਮੈਂ ਤਾਂ ਖਿਲਾਫ ਜਦੋਂ ਬੋਲ ਰਹੇ ਸੀ ਭਗਵੰਤ ਮਾਨ, ਤਾਂ ਉਦੋਂ ਉਹਨਾਂ ਨੇ ਇਹ ਸ਼ਬਦ ਵਰਤੇ ਸੀ ਕਿ ਜਿਹੜੀਆਂ ਬਾਹਰ ਤੋਪਾਂ ਲੱਗੀਆਂ ਨੇ ਉਹ ਲੱਗਦਾ ਡਰਾਉਣ ਵਾਸਤੇ ਹੀ ਲਗਾਈਆਂ ਹੋਈਆਂ ਨੇ। ਉਸ ਚੀਜ਼ ਨੂੰ ਗਵਰਨਰ ਸਾਹਿਬ ਨੇ ਪੂਰਾ ਯਾਦ ਰੱਖਿਆ, ਤੇ ਜਦੋਂ ਅੱਜ ਕੱਲ ਮੌਕਾ ਸੀਗਾ ਤਾਂ ਉਹਨਾਂ ਨੇ ਉਹਦਾ ਜਵਾਬ ਵੀ ਦਿੱਤਾ ਵੀ ਇਸੇ ਕਰਕੇ ਸੀਐਮ ਸਾਹਿਬ ਲੱਗਦਾ ਆਏ ਨਹੀਂ, ਉਹਨਾਂ ਤੋਪਾਂ ਤੋਂ ਹੀ ਡਰ ਗਏ। ਭਾਸਕਰ ਸਾਹਿਬ,
ਪਾਸੇ ਰੱਖ ਦਈਏ ਜੇਕਰ ਹਾਸੇ ਠੱਠੇ ਨੂੰ, ਤਾਂ ਇਹਨਾਂ ਦੋਨਾਂ ਦੇ ਵਿੱਚ ਲਗਾਤਾਰ ਤਲਖੀ ਚੱਲ ਰਹੀ ਆ। ਇੱਕ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਦੇ, ਅਸਲ ਵਾਰਸ ਨੇ, ਅਸਲ ਮਾਲਕ ਨੇ ਸਟੇਟ ਦੇ ਮੁੱਖ ਮੰਤਰੀ ਵਜੋਂ, ਤੇ ਦੂਜੇ ਸੰਵਿਧਾਨਕ ਮੁਖੀ ਨੇ ਸੰਵਿਧਾਨ ਦੇ ਅੰਤਰਗਤ। ਹੁਣ ਦੋਨਾਂ ਦੇ ਵਿੱਚ ਜਿਸ ਤਰੀਕੇ ਨਾਲ ਕਲੇਸ਼ ਚੱਲਦਾ ਹੈ, ਉਹਨੂੰ ਠਾਰਨ ਦਾ ਇਹ ਸੁਨਹਿਰੀ ਮੌਕਾ ਸੀ। ਸਿਆਣੇ ਬੰਦੇ ਸਮਝਦੇ ਆ ਕਿ ਜਦੋਂ ਤੁਹਾਨੂੰ ਸੱਦਾ ਮਿਲਦਾ ਹੈ, ਸੱਦਾ ਤਾਂ ਇੱਕ ਰਵਾਇਤ ਆ, ਮੁੱਖ ਮੰਤਰੀਆਂ ਨੂੰ ਸੱਦਾ ਭੇਜਿਆ ਹੀ ਜਾਂਦਾ ਹੈ, ਔਰ ਜੇ ਮੁੱਖ ਮੰਤਰੀ ਇਹ ਬਰਫ਼ ਖੋਰਨਾ ਚਾਹੁੰਦੇ ਸੀ, ਇਹ ਜਮੂਦ ਤੋੜਨਾ ਚਾਹੁੰਦੇ ਸੀ, ਇਹ ਡੈਡਲੌਕ ਖਤਮ ਕਰਨਾ ਚਾਹੁੰਦੇ ਸੀਗੇ, ਤਾਂ ਉਹਨਾਂ ਲਈ ਇਹ ਇੱਕ ਸੁਨਹਿਰੀ ਸਮਾਂ ਸੀ ਜਦੋਂ ਉਹ ਜਾਂਦੇ। ਗਵਰਨਰ ਨਾਲ ਗੈਰ ਰਸਮੀ ਗੱਲਾਂ ਬਾਤਾਂ ਦੇ ਵਿੱਚ ਹੀ ਤੁਸੀਂ ਕਾਫੀ ਚੀਜ਼ਾਂ ਨਿਬੇੜ ਆਉਂਦੇ ਹੋ। ਦੂਜੀ ਗੱਲ, ਜਦੋਂ ਤੁਸੀਂ ਮਿਲਦੇ ਹੋ ਤਾਂ ਭਾਵੇਂ ਥੋੜੀ ਬਹੁਤੀ ਤਲਖੀ ਰਵੇ ਵੀ, ਲੇਕਿਨ ਕੁੜਤਨ ਘਟ ਜਾਂਦੀ ਹੈ। ਫਿਰ ਮੈਂ ਇਹ ਵੀ ਗੱਲ ਸਮਝਦਾ ਹਾਂ ਕਿ ਘੱਟੋ ਘੱਟ ਇੱਕ ਮੈਸੇਜ ਅਫਸਰਸ਼ਾਹੀ ਦੇ ਵਿੱਚ ਵੀ ਬਹੁਤ ਬਿਹਤਰ ਚਲੇ ਜਾਂਦਾ ਹੈ ਕਿ ਨਹੀਂ, ਗੱਲ ਇਹਨਾਂ ਦੀ ਆਪਸ ਵਿੱਚ ਅੱਗੇ ਤੁਰੀ ਹੈ। ਮੁੱਖ ਮੰਤਰੀ ਸਾਹਿਬ ਨੇ ਇੰਜ ਨਾ ਕਰਕੇ ਸ਼ਾਇਦ ਕਈ ਸੁਨੇਹੇ ਲਾਉਣ ਦਾ ਯਤਨ ਕੀਤਾ। ਇੱਕ ਤਾਂ ਉਹ ਗਵਰਨਰ ਨੂੰ ਇਹ ਵੀ ਦਰਸਾ ਰਿਹਾ ਕਿ ਏਡੀ ਪ੍ਰਭਾਵ ਵੀ ਨਹੀਂ ਪਈ ਮੈਨੂੰ। ਦੂਜੀ ਗੱਲ, ਉਹ ਆਪਣੇ ਦਿੱਲੀ ਦੇ ਵਿੱਚ ਸੁਪਰੀਮੋ ਨੂੰ ਵੀ ਜਿਤਾ ਰਿਹਾ ਕਿ ਮੇਰੀ ਕੋਈ ਖਾਹਿਸ਼ ਨਹੀਂ ਹੈਗੀ ਕਿ ਮੈਂ ਕੇਂਦਰ ਵੱਲੋਂ ਲਾਏ ਗਏ ਗਵਰਨਰ ਦੇ ਥੱਲੇ ਜਾ, ਜਾਂ ਮੇਰੀ ਕੋਈ ਏਡੀ ਸਾਂਝ ਹੈ। ਸੋ ਇਹ ਜਿਹੜੀ ਲੜਾਈ ਆ, ਇਹਦੇ ਕਈ ਮਾਨੇ ਨੇ। ਔਰ ਜੇਕਰ ਮਜਾਈਆ ਲਹਿਜੇ 'ਚ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਰਾਜਪਾਲ ਸਾਹਿਬ ਨੇ ਭਗਵੰਤ ਮਾਨ ਸਾਹਿਬ ਦੀ ਸ਼ੈਲੀ ਨੂੰ ਅਪਣਾਉਣ ਦਾ ਯਤਨ ਕੀਤਾ ਵਿਅੰਗ ਰੂਪ 'ਚ। ਰੰਧਾਵਾ ਜੀ, ਇਹ ਪਹਿਲਾ ਮੌਕਾ ਨਹੀਂ ਸੀ ਜਦ ਮੁੱਖ ਮੰਤਰੀ ਤੇ ਗਵਰਨਰ ਦੇ ਨਾਂ ਆਪਸ ਵਿੱਚ ਮਿਲਣ ਕਰਕੇ ਜਾਂ ਇੱਕ ਫੰਕਸ਼ਨ ਦੇ ਵਿੱਚ ਨਾਂ ਆਉਣ ਕਰਕੇ ਇਸ ਤਰ੍ਹਾਂ ਦੀ ਕੋਈ ਤਲਖੀ ਆਈ ਹੋਏ। ਹਾਲਾਂਕਿ ਕੱਲ ਤੇ ਹਾਸਾ ਠੱਠੇ ਵਾਲਾ ਹੀ ਮਾਹੌਲ ਸੀਗਾ ਉੱਤੇ, ਲੇਕਿਨ ਯਾਦ ਕਰੋ ਜਦ ਸੁਖਨਾ ਲੇਕ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਆਈ ਸੀ ਤੇ ਤਦ ਵੀ ਗਵਰਨਰ ਸਾਹਿਬ ਨੇ ਇਸ ਗੱਲ ਨੂੰ ਇੱਕ ਮੁੱਦਾ ਬਣਾਇਆ ਸੀਗਾ ਕਿ ਮੁੱਖ ਮੰਤਰੀ ਦਾ ਇੱਥੇ ਹੋਣਾ ਜ਼ਰੂਰੀ ਸੀ, ਪਰ ਉਹ ਨਹੀਂ ਸੀਗੇ। ਫਿਰ ਜਦ ਗ੍ਰਹਿ ਮੰਤਰੀ ਆਏ ਸੀਗੇ ਔਰ ਗ੍ਰਹਿ ਮੰਤਰੀ ਦੀ ਹਾਜ਼ਰੀ ਦੇ ਵਿੱਚ ਜਿਸ ਤਰੀਕੇ ਨਾਲ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਖਰੀ ਖੋਟੀ ਸੁਣਾਈ ਸੀ, ਉਹ ਵੀ ਆਪਣੇ ਆਪ ਵਿੱਚ ਉਹ ਤਲਖੀ ਨੂੰ ਯਾਦ ਕਰਾਉਂਦਾ ਹੈ। ਪਰ ਕੱਲ ਦੇ ਮਾਹੌਲ ਦੇ ਵਿੱਚ ਇਹ ਗੱਲ ਨਹੀਂ ਦੇਖੀ ਗਈ ਜਦ ਕੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਬੈਠੇ ਸੀ ਔਰ ਕੰਨ ਦੇ ਵਿੱਚ ਕੁਝ ਕਹਿ ਰਹੇ ਸੀਗੇ। ਕੀ ਕਹਿ ਰਹੇ ਹੋਣਗੇ? ਬਿਲਕੁਲ ਤੁਸੀਂ ਠੀਕ ਕਿਹਾ ਕਿ ਉਹਨਾਂ ਦੇ ਲਬਾਂ ਦੇ ਹਿਲਣ ਕਰਕੇ ਜਾਂ ਲਬਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਉਹ ਕੀ ਕਹਿ ਰਹੇ ਹੋਣਗੇ। ਉਹ ਕਹਿ ਰਹੇ ਹੋਣਗੇ ਜੇ ਮੁੱਖ ਮੰਤਰੀ ਬਣਨ ਦੇ ਤੇ ਕਾਬਲ ਤੁਸੀਂ ਹੋ। ਔਰ ਨਾਲ ਹੀ ਕੁਲਤਾਰ ਸਿੰਘ ਸੰਧਵਾ ਉਹਨਾਂ ਉੱਠ ਕੇ ਕਹਿ ਰਹੇ ਹੋਣਗੇ ਕਿ ਜੀ ਅੱਗੇ ਇੱਕ ਨੇ ਉਪ ਮੁੱਖ ਮੰਤਰੀ ਦੀ ਮੰਗ ਕੀਤੀ ਸੀਗੀ ਔਰ ਆਪਣੇ ਆਪ ਨੂੰ ਅੱਗੇ ਪੇਸ਼ ਕਰਤਾ ਸੀਗਾ, ਤੇ ਅੱਜ ਉਸ ਐਮਐਲਏ ਨੂੰ ਕਿਸ ਤਰੀਕੇ ਨਾਲ ਨਕਾਰਿਆ ਜਾ ਰਿਹਾ। ਤੁਸੀਂ ਇਹ ਗੱਲ ਜ਼ੋਰ ਦੀ ਨਾ ਕਹੋ, ਕਿਤੇ ਦਿੱਲੀ ਤੱਕ ਪਹੁੰਚ ਗਈ ਜਾਂ ਫਿਰ ਮੁੱਖ ਮੰਤਰੀ ਕੋਲ ਪਹੁੰਚ ਗਈ ਤੇ ਮੇਰਾ ਨੁਕਸਾਨ ਹੋ ਸਕਦਾ ਹੈ। ਇਹ ਗੱਲਾਂ ਹੋਈਆਂ ਕਿ ਨਹੀਂ ਹੋਈਆਂ, ਪਰ ਇਦਾਂ ਦੀ ਗੱਲਾਂ ਹੋ ਸਕਦੀਆਂ। ਪਰ ਚਲੋ, ਕੱਲ ਦੀ ਮੀਟਿੰਗ ਦੇ ਵਿੱਚ, ਕੱਲ ਦੇ ਐਟ ਹੋਮ ਜਿਹੜਾ ਹਾਈਟੀ ਸੀਗੀ, ਉਹਦੇ ਵਿੱਚ ਮੁੱਖ ਮੰਤਰੀ ਦਾ ਨਾ ਜਾਣਾ ਉਹ ਇੱਕ ਸੁਰਖੀਆਂ ਦਾ ਇੱਕ ਵਜ੍ਹਾ ਜ਼ਰੂਰ ਬਣੀ। ਇਹ ਸਾਰੀ ਇਬਾਰਤ ਜਿਹਦਾ ਚਿੱਤਰਨ ਅਸੀਂ ਕੀਤਾ ਹੈ, ਇਹ ਮਜ਼ਾਈਆ ਹੈ, ਇਹ ਵਿਅੰਗਾਤਮਕ ਹੈ, ਕਿਉਂਕਿ ਸਟੇਟ ਦੇ ਮੁੱਖ ਮੰਤਰੀ ਵਿਅੰਗ ਵਾਲੇ ਨੇ। ਮੈਂ ਅੱਗੇ ਤੁਰਦਾ ਹੈ। ਮੈਨੂੰ ਦੱਸਿਓ ਇੰਦਰਪ੍ਰੀਤ ਜੀ, ਮਾਮਲਾ ਕਿਉਂਕਿ ਅਸੀਂ ਲਗਾਤਾਰ ਅੱਗੇ ਵਧਾ ਰਹੇ ਸੀਗੇ। ਕੱਲ ਮਨਪ੍ਰੀਤ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੋਂ ਮੁੱਖ ਮੰਤਰੀ ਨੂੰ ਇੱਕ ਦਿੱਤਾ ਜਵਾਬ, ਤੇ ਉਹ ਜਵਾਬ ਕੀ ਦੇ ਰਹੇ ਨੇ? ਮਾਮਲਾ ਉਹੀ 57.46 ਕਰੋੜ ਦਾ ਅਸ਼ਟਾਮਾਂ ਦੀ ਛਪਾਈ ਦੇ ਫਸੇ ਹੋਣ ਦਾ ਹੈ, ਅਦਾਇਗੀ ਦੇ ਫਸੇ ਹੋਣ ਦਾ ਹੈ, ਸਿਆਸਤ ਦਾ ਹੈ। ਔਰ ਮਨਪ੍ਰੀਤ ਬਾਦਲ ਕੀ ਸਫਾਈ ਦੇ ਰਿਹਾ, ਜਰਾ ਇੱਕ ਵਾਰੀ ਇਹਦੇ ਨਾਲ ਵੀ ਸਾਂਝ ਪਵਾ ਦਿਓ। ਸਰਕਾਰ ਵੀ ਕੁਝ ਕਹਿੰਦੀ ਹੈ ਜਾਂ ਸਰਕਾਰ ਨੇ ਹੁਣ ਚੁੱਪ ਧਾਰ ਲਈ? ਇਸ ਗੱਲ ਤੇ ਟਿੱਪਣੀ ਕਰਨ ਤੋਂ ਪਹਿਲਾਂ ਜਸਟ ਇੱਕ ਰਿਮਾਈਂਡਰ ਦੇ ਤੌਰ ਤੇ ਮਤਲਬ ਖਬਰ ਦੱਸ ਦਈਏ ਕਿ ਨਾਸਿਕ ਪ੍ਰੈਸ ਤੋਂ 1266 ਕਰੋੜ ਰੁਪਏ ਦੇ ਸਟਾਂਪ ਪੇਪਰ ਜਿਹੜੇ ਹੈਗੇ ਆ ਉਹਨੂੰ ਛਪਵਾਉਣ ਦਾ ਆਰਡਰ ਦਿੱਤਾ ਗਿਆ ਸੀ, ਜਿਸ ਦੀ ਛਪਾਈ ਦਾ ਖਰਚਾ 57.46 ਕਰੋੜ ਰੁਪਏ ਆਇਆ। ਉਹ ਚਿੱਠੀ ਨਾਸਿਕ ਪ੍ਰੈਸ ਨੇ ਲਿਖੀ ਹੈ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਇਹ ਪੈਸੇ ਦਿਓ ਔਰ ਇਹ ਆਪਣਾ ਸਮਾਨ ਵੀ ਚੁੱਕੋ। ਤਾਂ ਇਸ ਗੱਲ ਨੂੰ ਲੈ ਕੇ ਧੂਰੀ ਦੇ ਵਿੱਚ ਮੁੱਖ ਮੰਤਰੀ ਨੇ ਸਿੱਧਾ ਵਾਰ ਕੀਤਾ ਸਾਬਕਾ ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਬਾਦਲ ਤੇ। ਉਹਨਾਂ ਨੇ ਕਿਹਾ ਕਿ ਸਾਨੂੰ ਇਹੋ ਜਿਹੇ ਅਨੁਭਵੀ ਲੋਕਾਂ ਦੀ ਲੋੜ ਨਹੀਂ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਫੈਸਲੇ ਲਿੱਤੇ ਹੋਣ, ਤੇ 57 ਕਰੋੜ ਰੁਪਇਆ ਦਾ ਬਰਬਾਦ ਕੀਤਾ ਹੀ ਹੈ, ਪਲੱਸ ਜਿਹੜਾ ਇਹਨੂੰ ਲਿਆਉਣ ਦਾ ਖਰਚਾ ਹੈ ਉਹ ਅਲੱਗ ਤੋਂ ਹੈ, ਔਰ ਇੱਥੇ ਲਿਆ ਕੇ ਕਰਨਾ ਕਿ ਸਿਵਾਏ ਅੱਗ ਲਗਾਉਣ ਤੋਂ ਉਹਨੂੰ ਕੋਈ ਕੰਮ ਨਹੀਂ ਰਹਿਣਾ। ਸੋ ਇਹ ਸੀਗਾ ਜਿਹੜਾ ਇਸ਼ੂ ਹੈ। ਇਸ ਤੇ ਕੱਲ ਜਿਹੜਾ ਹੈਗਾ ਉਹ ਵਿੱਤ ਮੰਤਰੀ ਨੇ ਇਸ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਰੈਵਨਿਊ ਮਿਨਿਸਟਰ ਨੇ ਬ੍ਰਹਮ ਸ਼ੰਕਰ ਜਿੰਪਾ, ਉਹਨਾਂ ਦਾ ਇੱਕ ਟਵੀਟ ਆਪਣੀ ਟਵਿੱਟਰ ਤੇ
ਪੋਸਟ ਕਰਦੇ ਹੋਏ ਪਲਟਵਾਰ ਕੀਤਾ ਇੱਕ ਤਰ੍ਹਾਂ ਦਾ ਮੁੱਖ ਮੰਤਰੀ ਤੇ। ਉਹਨਾਂ ਨੇ ਕਿਹਾ ਹੈ ਕਿ ਘੱਟੋ ਘੱਟ ਆਪਣੀ ਸਰਕਾਰ ਦੇ ਕੰਮਾਂ ਬਾਰੇ ਵੀ ਜਾਣਕਾਰੀ ਲੈ ਲਓ, ਐਵੇਂ ਆਪਣੀ ਸਰਕਾਰ ਨੂੰ ਕਿਉਂ ਫਸਾ ਰਹੇ ਹੋ। ਜਿਹੜੇ ਫਿਜ਼ੀਕਲ ਸਟਾਂਪ ਪੇਪਰ ਨੂੰ ਬੰਦ ਕਰਨ ਦਾ ਫੈਸਲਾ ਹੈ ਉਹ ਤੁਸੀਂ ਜੂਨ ਚ ਲਿੱਤਾ ਹੈ, ਅਸੀਂ ਨਹੀਂ ਲਿੱਤਾ, ਤੁਸੀਂ ਲਿੱਤਾ ਹੈ। ਤਾਂ ਮੈਨੂੰ ਲੱਗਦਾ ਕਿ ਇਹ ਕਹਿ ਤਾਂ ਗਏ ਗੱਲ ਵਿੱਤ ਮੰਤਰੀ, ਪਰ ਉਹ ਇੰਨੀ ਖੁੱਲ੍ਹਦਿਲੀ ਨਾਲ ਨਹੀਂ ਕਹਿ ਸਕੇ। ਜਦਕਿ ਇਹ ਸੀਗਾ ਜਿਵੇਂ ਪਿਛਲੀ ਵਾਰ ਉਹਨਾਂ ਨੇ ਇੱਕ ਵੀਡੀਓ ਪਾਇਆ ਸੀਗਾ ਆਪਣਾ ਜਿਹੜਾ ਭਗਵੰਤ ਮਾਨ ਦੇ ਖਿਲਾਫ ਸੀ, ਉਸ ਤਰ੍ਹਾਂ ਦਾ ਜਵਾਬ ਨਹੀਂ ਸੀ ਇਹ ਜਵਾਬ ਬਹੁਤ ਦਬਿਆ ਜਿਹਾ ਹੋਇਆ ਜਵਾਬ, ਮੈਨੂੰ ਜੋ ਲੱਗ ਰਿਹਾ ਸੀ ਬੜਾ ਦਬਿਆ ਜਿਹਾ ਹੋਇਆ ਸੀ ਵੀ ਜਵਾਬ ਵੀ ਦੇ ਦਾਂ ਤੇ ਲੜਾਈ 'ਚ ਵੀ ਨਾ ਪਾਵਾਂ, ਇਸ ਤਰ੍ਹਾਂ ਦਾ ਜਵਾਬ ਮੈਨੂੰ ਲੱਗ ਰਿਹਾ ਸੀਗਾ। ਮੈਨੂੰ ਲੱਗਦਾ ਸੀ ਕਿ ਕੱਲ ਇਹ ਮੌਕਾ ਸੀ, ਵਿੱਤ ਮੰਤਰੀ ਸਾਹਿਬ ਇਹ ਕਹਿ ਸਕਦੇ ਸੀ ਵੀ ਸਾਬਕਾ ਵਿੱਤ ਮੰਤਰੀ ਸਾਹਿਬ ਇਹ ਕਹਿ ਸਕਦੇ ਸੀ ਕਿ ਜੀ ਇਹ ਫੈਸਲਾ ਤੁਸੀਂ ਲਿੱਤਾ, ਅਸੀਂ ਤਾਂ ਉਦੋਂ ਤੱਕ ਕਿਉਂਕਿ ਪੈਰਲਰ ਚੱਲ ਰਹੇ ਸੀ, ਹਜੇ ਅਸੀਂ ਪੂਰੀ ਤਰ੍ਹਾਂ ਪਾਬੰਦੀ ਨਹੀਂ ਸੀ ਲਗਾਈ, ਇਸ ਕਰਕੇ ਇਹ ਲਿਆਣੇ ਜ਼ਰੂਰੀ ਸੀ। ਜੋ ਵੀ ਸੀਗਾ ਉਹ ਆਪਣੀ ਸਫਾਈ ਦੇ ਸਕਦੇ ਸੀ, ਪਰ ਉਹ ਇਸ ਤੋਂ ਮੌਕਾ ਖੁੰਝ ਗਏ। ਜਾਂ ਉਹ ਇਹ ਵੀ ਕਹਿ ਸਕਦੇ ਸੀ ਵੀ ਇਹ ਮੇਰਾ ਫੈਸਲਾ ਹੀ ਨਹੀਂ ਹੈ, ਇਹ ਤਾਂ ਫੈਸਲਾ ਹੀ ਰੈਵਨਿਊ ਡਿਪਾਰਟਮੈਂਟ ਦਾ ਸੀ, ਰੈਵਨਿਊ ਡਿਪਾਰਟਮੈਂਟ ਦੀ ਦਾ ਤੁਸੀਂ ਮੇਰੇ ਤੋਂ ਪੁੱਛੀ ਜਾ ਰਹੇ। ਸੋ ਮੈਨੂੰ ਲੱਗਦਾ ਕਿ ਉਹ ਲੜਾਈ 'ਚ ਪੈਣਾ ਨਹੀਂ ਚਾਹੁੰਦੇ, ਜਾਂ ਤਾਂ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਬਈ ਅੱਗੇ ਇਸ ਤਰ੍ਹਾਂ ਦੀਆਂ ਪਤਾ ਨਹੀਂ ਹੋਰ ਕਿੰਨੀਆਂ ਕੁ ਚਿੱਠੀਆਂ ਨਿਕਲਦੀਆਂ ਰਹਿਣਗੀਆਂ ਤੇ ਮੈਂ ਬਸ ਹੀ ਕਰਦਾ ਇੱਥੇ। ਸੋ ਮੈਨੂੰ ਮਨਪ੍ਰੀਤ ਬਾਦਲ ਹੋਰਾਂ ਤੋਂ ਕੱਲ ਆਸ ਸੀਗੀ ਵੀ ਜਦੋਂ ਜਵਾਬ ਦੇਣ ਹੀ ਲੱਗੇ ਨੇ ਤਾਂ ਖੁੱਲ ਕੇ ਜਵਾਬ ਦਿੰਦੇ ਇਹਦਾ, ਤਾਂ ਕਿ ਲੋਕਾਂ 'ਚ ਵੀ ਗੱਲ ਪੂਰੀ ਤਰ੍ਹਾਂ ਸਪਸ਼ਟਤਾ ਨਾਲ ਜਾਂਦੀ। ਕਿਉਂਕਿ ਟਵਿੱਟਰ ਵਗੈਰਾ ਜਿਹੜੀਆਂ ਚੀਜ਼ਾਂ ਨੇ ਉਹ ਆਮ ਲੋਕ ਨਹੀਂ ਦੇਖਦੇ ਆ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਪਬਲਿਕ ਮੀਟਿੰਗ ਦੇ ਵਿੱਚ ਇਹ ਕਿਹਾ ਉਹਨੂੰ ਤਾਂ ਤਕਰੀਬਨ ਫਿਰ ਸਾਰੇ ਸੁਣਦੇ ਆ। ਅਸਲ ਦੇ ਵਿੱਚ ਮਨਪ੍ਰੀਤ ਬਾਦਲ ਬਚ ਕੇ ਚੱਲਣ ਦੇ ਮੂਡ 'ਚ ਨੇ, ਔਰ ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਪਲਾਟ ਦੇ ਮਾਮਲੇ 'ਚ ਤੇ ਹੁਣ ਇਸ ਮਾਮਲੇ 'ਚ ਸਰਕਾਰ ਨੇ ਉਹਨਾਂ ਨੂੰ ਘੇਰਿਆ, ਉਹਨਾਂ ਦੇ ਅੰਦਰ ਇਹ ਪੈਨਿਕ ਲੱਗ ਰਿਹਾ ਇਸ ਜਵਾਬ ਤੋਂ ਕਿ ਉਹ ਲੜਾਈ ਨੂੰ ਲੰਬਾ ਨਹੀਂ ਖਿੱਚਣਾ ਚਾਹੁੰਦੇ। ਵੈਸੇ ਭਾਸਕਰ ਸਾਹਿਬ, ਜੇ ਮੈਂ ਇੰਦਰਪ੍ਰੀਤ ਜੀ ਦੀ ਗੱਲ ਨੂੰ ਥੋੜਾ ਜਿਹਾ ਤੋਲ ਦਿਆਂ, ਜਿੱਦਾਂ ਇਹਨਾਂ ਨੇ 2 ਵਾਰੀ ਵਿੱਤ ਮੰਤਰੀ ਕਿਹਾ, ਮੈਨੂੰ ਯਾਦ ਹੈ ਜਥੇਦਾਰ ਗੁਰਚਰਨ ਸਿੰਘ ਟੌੜਾ ਮਰਹੂਮ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੀ ਹੁੰਦੀ ਰਹੀ, ਉਹ ਰਹੇ ਤਾਂ 25 ਸਾਲ ਜਾਂ ਥੋੜਾ ਚਲੋ ਸਾਲ ਵੱਧ ਘੱਟ ਹੋ ਸਕਦੇ ਆ, ਬੜਾ ਲੰਬਾ ਸਮਾਂ ਰਹੇ। ਇੰਝ ਲੱਗਦਾ ਸੀ ਜਿੱਦਾਂ ਇਹ ਦੋਵੇਂ ਕੁਰਸੀਆਂ ਇੱਕ ਮਿੱਕ ਹੋ ਗਈਆਂ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ। ਤੇ ਇੰਦਰਪ੍ਰੀਤ ਜੀ ਦੀ ਗੱਲ ਤੋਂ ਇੰਝ ਹੀ ਲੱਗਦਾ ਜਿੱਦਾਂ ਵਿੱਤ ਮੰਤਰੀ ਤੇ ਮਨਪ੍ਰੀਤ ਬਾਦਲ ਇੱਕੋ ਹੀ ਅਹੁਦਾ ਹੁੰਦੇ ਨੇ, ਜਿੱਦਾਂ ਨਾ ਬੰਦੇ ਨੇ ਉੱਤੇ ਢਲਾਈ ਹੁੰਦੀ ਆ ਵੀ ਇਹ ਤਾਂ ਉਹਦੀ ਹੈ ਜੀ, ਇਹ ਤਾਂ ਕੁਰਸੀ ਉਹਦੀ ਹੈ। ਖੈਰ ਤੁਸੀਂ ਗੱਲ ਤੋਰ ਦਿਓ, ਮਨਪ੍ਰੀਤ ਬਚ ਕੇ ਨਿਕਲੇ ਗੱਲ। ਬਿਲਕੁਲ ਬਚ ਕੇ ਨਿਕਲੇ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਇਸ ਤਰੀਕੇ ਦੀ ਸਟੇਟਮੈਂਟ ਤੁਹਾਨੂੰ ਯਾਦ ਹੋਏਗਾ ਜਿੰਪਾ ਉਹਨਾਂ ਨੇ ਵੀ ਦਿੱਤੀ ਸੀਗੀ। ਪਰ ਇੱਕ ਗੱਲ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਲੱਤ ਤੇ ਲੱਤ ਰੱਖ ਕੇ ਭਗਵੰਤ ਮਾਨ ਉਹਨਾਂ ਨੂੰ ਟਵੀਟ ਕਰਕੇ ਬਕਾਇਦਾ ਵੀਡੀਓ ਛੱਡ ਕੇ ਜਿਹੜਾ ਬਿਆਨ ਦਿੱਤਾ ਸੀਗਾ ਕੱਲ, ਉਹ ਤਲਖੀ ਕੱਲ ਦੇ ਬਿਆਨ ਦੇ ਵਿੱਚ ਨਹੀਂ ਸੀ। ਉਹ ਕਿਸੇ ਨਾ ਕਿਸੇ ਜਗ੍ਹਾ ਮੈਨੂੰ ਲੱਗਦਾ ਮੁੱਖ ਮੰਤਰੀ ਨੂੰ ਚੈਲੰਜ ਨਹੀਂ ਕਰਨਾ ਚਾਹੁੰਦੇ, ਕਿਉਂਕਿ ਹੋਰ ਵੀ ਕਈ ਮੁੱਦੇ ਹੈਗੇ ਨੇ, ਕਈ ਡਿਸੀਜਨ ਲਿੱਤੇ ਹੁੰਦੇ ਨੇ, ਉਹਨਾਂ ਡਿਸੀਜਨਾਂ ਦੀ ਫਾਈਲ ਅੱਗੇ ਕਰਕੇ ਫਿਰ ਕੋਈ ਨਵਾਂ ਕੋਈ ਪੰਗਾ ਉਹਨਾਂ ਵਾਸਤੇ ਨਾ ਖੜਾ ਹੋ ਜਾਏ। ਇਸ ਕਰਕੇ ਜਿੱਥੇ ਡਾਢੇ ਲੋਕ ਬੈਠੇ ਹੋਣ ਔਰ ਪਾਵਰਫੁਲ ਲੋਕ ਬੈਠੇ ਹੋਣ, ਉੱਥੇ ਝੁਕ ਕੇ ਨਿਕਲ ਕੇ, ਸਾਈਡ ਤੋਂ ਨਿਕਲ ਕੇ, ਆਪਣੀ ਅੱਖ ਬਚਾ ਕੇ ਨਿਕਲ ਕੇ, ਉਹ ਜ਼ਿਆਦਾ ਬੈਟਰ ਸਮਝਿਆ ਮਨਪ੍ਰੀਤ ਬਾਦਲ ਉਹਨਾਂ ਨੇ, ਕਿਉਂਕਿ ਕੱਲ ਨੂੰ ਕੋਈ ਹੋਰ ਵੀ ਮੁੱਦੇ ਖੁੱਲ ਸਕਦੇ। ਇੰਦਰਪ੍ਰੀਤ ਜੀ, ਅਗਲਾ ਮਾਮਲਾ ਵੀ ਪੰਜਾਬ ਲਈ ਔਰ ਸਿੱਖ ਮਸਲਿਆਂ ਦੇ ਨਜ਼ਰੀਏ ਤੋਂ ਅਹਿਮ ਆ, ਕਿਉਂਕਿ ਇਹਨਾਂ ਦਿਨਾਂ 'ਚ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਲੱਗਿਆ ਹੋਇਆ। ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਸੁਣਵਾਈ ਲਈ ਆਉਂਦਾ ਹਾਈ ਕੋਰਟ ਦੇ ਵਿੱਚ, ਜਿੱਥੇ ਦਿੱਲੀ ਸਰਕਾਰ ਇੱਕ ਹਲਫਨਾਮਾ ਦਾਇਰ ਕਰਦੀ ਹੈ, ਜਵਾਬ ਦਾਇਰ ਕਰਦੀ ਹੈ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਫੈਸਲਾ ਲੈ ਲਾਂਗੇ। ਹੁਣ ਇਹ ਇਸ ਕਰਕੇ ਵੀ ਅਹਿਮ ਹੈ ਮਾਮਲਾ ਕਿ ਬਹੁਤ ਸਾਲਾਂ ਤੋਂ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਜਿਹੜੇ ਆਪਣੇ ਸਜ਼ਾਵਾਂ ਵੀ ਲਗਭਗ ਪੂਰੀਆਂ ਕਰ ਚੁੱਕੇ ਆ, ਉਹ ਜੇਲ੍ਹਾਂ ਦੇ ਵਿੱਚ ਬੰਦ ਨੇ। ਔਰ ਇਹਦੇ ਨਾਲ ਦਵਿੰਦਰਪਾਲ ਸਿੰਘ ਭੁੱਲਰ ਮਾਨਸਿਕ ਰੋਗੀ ਵਜੋਂ ਵੀ ਪਿਛਲੇ ਦਿਨਾਂ ਦੇ ਵਿੱਚ ਚਰਚਾ 'ਚ ਆਉਂਦੇ ਆ ਕਿ ਉਹ ਜੇਲ੍ਹ 'ਚ ਰਹਿ ਕੇ ਉਹਨਾਂ ਦੀ ਹਾਲਤ ਬਹੁਤ ਮਾਨਸਿਕ ਤੌਰ ਤੇ ਮਾੜੀ ਹੋ ਗਈ। ਅੱਜ ਕੱਲ੍ਹ ਸ਼ਾਇਦ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਹੈਗੇ। ਹੁਣ ਕੀ ਜਿਹੜੀ ਦਿੱਲੀ ਦੀ ਗਵਰਨਮੈਂਟ ਆ ਇਹਦੇ ਸੰਬੰਧੀ ਕੋਈ ਅੰਤਮ ਫੈਸਲਾ ਲੈ ਲਊਗੀ? ਕਿਉਂਕਿ ਆਮ ਆਦਮੀ ਪਾਰਟੀ ਦੇ ਦੇਰ ਤੋਂ ਇਲਜ਼ਾਮ ਆ ਰਿਹਾ ਕਿ ਉਹ ਫੈਸਲਾ ਨਹੀਂ ਲੈ ਰਹੇ, ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਦਵਿੰਦਰਪਾਲ ਭੁੱਲਰ ਤੇ ਫੈਸਲਾ ਲਿਆ ਨਹੀਂ ਜਾ ਰਿਹਾ, ਟਾਲਿਆ ਜਾ ਰਿਹਾ। ਸੋ ਇੱਕ ਤਾਂ ਇਹ ਕਿ ਉਹ ਪੋਜ਼ਿਟਿਵ ਲੈਣਗੇ, ਉਹ ਛੱਡਣ ਦਾ ਫੈਸਲਾ ਕਰਨਗੇ ਜਾਂ ਕੋਈ ਰਿਕਮੈਂਡੇਸ਼ਨ ਦੇ ਦੇਣਗੇ। ਦੂਜੀ ਗੱਲ, ਇਸੇ ਸੰਦਰਭ ਦੇ ਵਿੱਚ ਜਿਹੜਾ ਬੰਦੀ ਸਿੱਖਾਂ ਨੂੰ ਲੈ ਕੇ ਮੋਰਚਾ ਲੱਗਿਆ, ਉਹਨੇ 15 ਤਰੀਕ ਵਾਲੇ ਦਿਨ ਇੱਕ ਕਾਲ ਦਿੱਤੀ ਸੀ, ਸੱਦਾ ਦਿੱਤਾ ਸੀ ਕਿ ਆਪਾਂ ਮੁੱਖ ਮੰਤਰੀ ਦਾ ਘਰ ਘੇਰਨਾ ਹੈ
ਜਾਂ ਉਹਨਾਂ ਨੇ ਕਾਲ ਦਿੱਤੀ ਸੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਜਾਵਾਂਗੇ ਵਿਸ਼ਾਲ ਇਕੱਠ ਦੇ ਰੂਪ 'ਚ, ਲੇਕਿਨ ਉਸ ਦਿਨ ਉੱਥੇ ਵੀ ਰੌਲੇ ਪਏ। ਬਾਅਦ ਦੇ ਵਿੱਚ ਕਿਉਂਕਿ ਇੱਕ ਦਿਨ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਸ਼ਾਇਦ ਪ੍ਰਬੰਧਕਾਂ ਦਾ ਕੋਈ ਫੈਸਲਾ ਹੋ ਗਿਆ ਸੀ ਕਿ ਅਸੀਂ ਮੁਹਾਲੀ 'ਚ ਮਾਰਚ ਕੱਢਾਂਗੇ। ਜਿਹੜੇ ਲੋਕ ਆਏ ਸੀ ਚੰਡੀਗੜ੍ਹ ਵੱਲ ਕੂਚ ਕਰਨ ਲਈ, ਉਹਨਾਂ ਨੇ ਆਣ ਕੇ ਉੱਥੇ ਕਾਫੀ ਆਪਣਾ ਇਤਰਾਜ਼ ਦਰਜ ਕਰਾਇਆ ਕਿ ਤੁਸੀਂ ਕਹਿੰਦੇ ਕੁਝ ਹੋਰ ਹੋ, ਔਰ ਬਾਅਦ ਵਿੱਚ ਔਰ ਮੁਹਾਲੀ ਦੇ ਵਿੱਚ ਜਲੂਸ ਕੱਢਣ ਦਾ ਜਾਂ ਮਾਰਚ ਕੱਢਣ ਦਾ ਫਾਇਦਾ ਕੀ ਹੈ। ਸੋ ਇਹ ਵੀ ਜਿਹੜੀ ਮੋਰਚਿਆਂ ਦੀ ਸੈਂਸਿਟੀਵਿਟੀ ਹੈ, ਜਿਹੜੀ ਖਾਸ ਤੌਰ ਤੇ ਭਰੋਸੇਯੋਗਤਾ ਹੈ, ਉਹ ਵੀ ਦਾਅ ਤੇ ਲੱਗੀ ਹੋਈ ਹੈ। ਸੋ ਇਹ ਦੋ ਮਾਮਲੇ ਜ਼ਰਾ ਅੱਗੇ ਵਧਾ ਦਿਓ। ਰੰਧਾਵਾ ਸਾਹਿਬ, ਜਿਹੜਾ ਪਹਿਲਾਂ ਦਵਿੰਦਰਪਾਲ ਭੁੱਲਰ ਹੋਰਾਂ ਦਾ ਫੈਸਲਾ, ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਯਾਚਿਕਾ ਦਾਇਰ ਕੀਤੀ ਹੋਈ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਏ। ਹੁਣ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਉਮਰ ਕੈਦ ਦੀ ਸਜ਼ਾ 14 ਸਾਲ ਹੁੰਦੀ ਹੈ ਉਹ ਪੂਰੀ ਕਰ ਚੁੱਕੇ ਹੈ। ਇਸ ਤੋਂ ਇਲਾਵਾ ਇੱਕ ਹੋਰ ਨਿਯਮ ਹੈ ਵੀ ਜੇ ਤੁਸੀਂ ਸਜ਼ਾ ਮਾਫੀ ਕਰਾਣੀ ਹੈ ਤਾਂ 20 ਸਾਲ ਕੈਦ ਹੋਣਾ ਵੀ ਜ਼ਰੂਰੀ ਹੈ, ਤਾਂ ਉਹ ਵੀ ਕਹਿੰਦੇ ਮੈਂ ਪੂਰੀ ਕਰ ਚੁੱਕਿਆ, ਮੈਨੂੰ 27 ਸਾਲ ਹੋ ਗਏ ਆ ਮਤਲਬ ਜੇਲ੍ਹ ਦੇ ਵਿੱਚ, ਤੇ ਹੁਣ ਮੈਨੂੰ ਛੱਡਿਆ ਜਾਏ। ਸੋ ਇਸ ਦੇ ਉੱਤੇ ਸਰਕਾਰ ਨੇ ਇਹ ਕਿਹਾ ਕਿ 1 ਮਹੀਨੇ ਦੇ ਅੰਦਰ, ਯਾਨੀ 4 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਸਜ਼ਾ ਰਿਵਿਊ ਬੋਰਡ ਹੈ ਉਹ ਫੈਸਲਾ ਲਏਗਾ। ਹੁਣ ਇਹੀ ਜਿਹੜੀ ਹੈਗੀ ਹੈ, ਉਹਨਾਂ ਨੇ ਪਹਿਲਾਂ ਵੀ ਦਿੱਲੀ ਹਾਈ ਕੋਰਟ 'ਚ ਵੀ ਪਾਈ ਸੀਗੀ ਉੱਥੇ, ਪਰ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਸਰਕਾਰ, ਉਹਨੇ ਕੋਈ ਫੈਸਲਾ, ਉਹਦੇ ਰਿਵਿਊ ਬੋਰਡ ਦਾ ਜਿਹੜਾ ਹੈਗਾ ਸੀ, ਉਹਨੇ ਕੋਈ ਫੈਸਲਾ ਨਹੀਂ ਸੀ ਲਿਆ। ਹੁਣ ਉਹਨਾਂ ਨੇ ਦੁਬਾਰਾ ਚੰਡੀਗੜ੍ਹ ਹਾਈ ਕੋਰਟ 'ਚ ਪਾਈ ਹੈ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਇਹ ਜਿਹੜਾ ਬੋਰਡ ਹੈਗਾ ਉਹ ਰਿਹਾਈ ਦਿੰਦਾ ਹੈ ਕਿ ਨਹੀਂ ਦਿੰਦਾ। ਦੂਸਰੀ ਗੱਲ, ਤੁਸੀਂ ਠੀਕ ਕਿਹਾ, ਕੱਲ ਜਿਹੜਾ ਪਰਸੋਂ ਇੱਥੇ 15 ਅਗਸਤ ਵਾਲੇ ਦਿਨ ਬਹੁਤ ਵੱਡਾ ਇਕੱਠ ਸੀ ਕੌਮੀ ਇਨਸਾਫ ਮੋਰਚੇ, ਕਾਫੀ ਲੋਕ ਆਏ ਸੀ, ਲੱਗ ਰਿਹਾ ਸੀਗਾ ਕਿ ਹਾਲਾਤ ਖਰਾਬ ਹੋਣਗੇ, ਔਰ ਬਹੁਤ ਜਗ੍ਹਾ ਤੇ ਚੰਡੀਗੜ੍ਹ ਤੋਂ ਅੰਦਰ ਆਉਣ ਵਾਲੇ ਕਿਸੇ ਵੀ ਰਸਤੇ ਦੇ ਉੱਤੇ ਬਹੁਤ ਸਿਕਿਉਰਿਟੀ ਟਾਈਟ ਸੀ, ਬਹੁਤ ਭਾਰੀ ਫੋਰਸ ਲੱਗੀ ਹੋਈ ਸੀ। ਪਰ ਜਿਹੜਾ ਇਹਨਾਂ ਨੇ ਫਿਰ ਮਾਰਚ ਦਾ ਫੈਸਲਾ ਮੋਹਾਲੀ 'ਚ ਕੀਤਾ, ਉਸ ਤੋਂ ਲੋਕ ਕਾਫੀ ਨਿਰਾਸ਼ ਹੋ ਕੇ ਗਏ ਹੈ। ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਮਤਲਬ ਹਰ ਮਸਲੇ ਲਈ ਤੁਸੀਂ ਕਹਿੰਦੇ ਹੋ ਕਿ ਚਲੋ ਮੋਰਚੇ ਲਗਾ ਦਿਓ, ਪੱਕਾ ਮੋਰਚਾ ਲਗਾ ਦਿਓ, ਤਾਂ ਉਹ ਮੋਰਚਿਆਂ ਦੀ ਭਰੋਸੇਯੋਗਤਾ ਤੇ ਫਰਕ ਤਾਂ ਪੈਂਦਾ ਹੈ। ਜਦੋਂ ਤੁਸੀਂ ਕਾਲ ਦਿੰਦੇ ਹੋ ਕਿ ਅਸੀਂ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਦਾ ਘਰ ਘੇਰਨਾ, ਪਰ ਉਹਦੀ ਬਜਾਏ ਜਸਟ ਤੁਸੀਂ ਇੱਕ ਮਾਰਚ ਕਰ ਦਿੰਦੇ ਹੋ, ਤਾਂ ਮੈਨੂੰ ਲੱਗਦਾ ਕਿ ਅੱਗੇ ਇਸ ਤਰ੍ਹਾਂ ਦੀ ਕਾਲ ਦਾ ਕੋਈ ਅਸਰ ਲੋਕਾਂ ਦੇ ਉੱਤੇ ਨਹੀਂ ਹੋਏਗਾ। ਅਦਰਵਾਈਜ਼ ਵੀ ਤੁਸੀਂ ਦੇਖੋ, ਪਿਛਲੇ 7 ਮਹੀਨਿਆਂ ਤੋਂ ਇੱਥੇ ਲੱਗਿਆ ਹੋਇਆ ਜਿਹੜਾ ਮੋਰਚਾ, ਪੱਕਾ ਮੋਰਚਾ ਲੱਗਿਆ ਹੈ, ਇੱਥੇ 25 ਤੋਂ 30 ਲੋਕਾਂ ਤੋਂ ਜ਼ਿਆਦਾ ਲੋਕ ਨਹੀਂ ਹੈਗੇ। ਬੇਸ਼ੱਕ ਟੈਂਟ ਵੀ ਇੰਨੇ ਹੀ ਹੋਣ, 30 ਤੋਂ ਜ਼ਿਆਦਾ ਤਾਂ ਟੈਂਟ ਹੀ ਲੱਗੇ ਹੋਣੇ, ਪਰ ਬੰਦੇ ਉਹਦੇ 'ਚ ਸਿਰਫ 30 ਦੇ ਆਸ-ਪਾਸ ਰਹਿ ਰਹੇ ਆ। ਸੋ ਤੁਸੀਂ ਦੇਖ ਲਓ ਵੀ ਇਹਦਾ ਮਤਲਬ ਇਹ ਹੈ ਕਿ ਲੋਕ ਆਪਣੀ ਭਰੋਸੇਯੋਗ, ਜਿਹੜਾ ਇਹ ਮੋਰਚੇ ਦੇ ਡਿਕਟੇਟਰ ਟਾਈਪ ਹੈਗੇ ਨੇ, ਇਹ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਆ। ਹਾਂ, ਇਹਦੇ ਵਿੱਚ ਉਹਨਾਂ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਕਿ ਆਖਰ ਕਿੱਥੇ ਕਮੀ ਰਹਿ ਰਹੀ ਹੈ ਕਿ ਉਹ ਲੋਕਾਂ ਨੂੰ ਮੋਬਿਲਾਈਜ਼ ਨਹੀਂ ਕਰ ਪਾ ਰਹੇ। ਔਰ ਜੇ ਲੋਕ ਆਏ ਆ ਤੁਹਾਡੀ ਕਾਲ ਦੇ ਉੱਤੇ, ਤੁਹਾਡੇ ਕਿਸੇ ਸੱਦੇ ਦੇ ਉੱਤੇ ਆਏ ਆ, ਤਾਂ ਤੁਸੀਂ ਉਸ ਤੋਂ ਪਹਿਲਾਂ ਤੈਅ ਹੀ ਨਹੀਂ ਕਰ ਸਕੇ ਕਿ ਤੁਸੀਂ ਉਹਨਾਂ ਨੂੰ ਬੁਲਾ ਕੇ ਉਸ ਕਾਜ ਨੂੰ ਕਿਵੇਂ ਸਿੱਧ ਕਰਨਾ ਚਾਹੁੰਦੇ ਹੋ। ਲੋਕ ਪੈਸਾ ਖਰਚ ਕੇ ਆਉਂਦੇ, ਲੋਕ ਬੋਲ ਰਹੇ ਸੀਗੇ ਕਿ ਅਸੀਂ ਆਪਣੇ ਸਾਧਨ ਲਾ ਕੇ ਆਏ ਆ ਔਰ ਕੰਮ ਛੱਡ ਕੇ ਆਏ ਆ, ਦਿਹਾੜੀਆਂ ਭੰਨ ਕੇ ਆਏ ਆ। ਖੈਰ ਭਾਸਕਰ ਸਾਹਿਬ, ਆਪਾਂ ਚੱਲਦੇ ਹਾਂ ਅੱਗੇ, ਇਸ ਮੁੱਦੇ ਨੂੰ ਥੋੜਾ ਜਿਹਾ ਪਿੱਛੇ ਛੱਡ ਜਾਂਦੇ ਆ। ਆਪਾਂ ਚੱਲਦੇ ਹਾਂ, ਕੱਲ ਕਾਂਗਰਸ ਨੇ ਜਿਹੜਾ ਫੈਸਲਾ ਅੰਦਰ ਕੀਤਾ ਦਿੱਲੀ ਦੇ ਮਾਮਲਿਆਂ 'ਚ, ਜਿਹੜੀ ਮੀਟਿੰਗ ਸੀ ਉਸ ਤੋਂ ਬਾਅਦ ਅਲਕਾ ਲਾਂਬਾ ਬਾਹਰ ਆਉਂਦੇ ਆ ਤੇ ਆਣ ਕੇ ਕਹਿੰਦੇ ਆ ਕਿ ਸਾਨੂੰ 7 ਸੀਟਾਂ ਤੇ ਤਿਆਰੀ ਲਈ ਕਹਿ ਦਿੱਤਾ ਗਿਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਬੜੀ ਹਮਲਾਵਰ ਹੁੰਦੀ ਹੈ ਔਰ ਉਹ ਕਹਿੰਦੇ ਨੇ ਕਿ ਇਹਦਾ ਫਿਰ ਗੱਠਜੋੜ ਦਾ ਕੀ ਮਤਲਬ ਹੋਇਆ। ਹੁਣ ਅਸੀਂ ਸੋਚਾਂਗੇ, ਸਾਡੀ ਪਾਰਟੀ ਲੀਡਰਸ਼ਿਪ ਤੈਅ ਕਰੂਗੀ ਕਿ ਅਸੀਂ ਜਿਹੜੀ ਅਗਲੀ ਮੀਟਿੰਗ ਆ ਇੰਡੀਆ ਦੀ ਮੁੰਬਈ ਦੇ ਵਿੱਚ ਹੈ, ਉਹਦੇ 'ਚ ਅਸੀਂ ਸ਼ਾਮਲ ਹੋਣਾ ਕਿ ਨਹੀਂ ਹੋਣਾ। ਆਮ ਆਦਮੀ ਪਾਰਟੀ ਤੋਂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਸ਼ਾਇਦ ਉਮੀਦ ਨਹੀਂ ਕੀਤੀ ਜਾਂਦੀ। ਸਾਡੇ ਸਰੋਤ ਤੇ ਦੱਸਦੇ ਆ, ਇੱਕ ਤੋਂ ਵੱਧ ਲੋਕਾਂ ਨਾਲ ਗੱਲ ਹੋਈ ਕਿ ਜਦੋਂ ਅੰਦਰ ਮੀਟਿੰਗ ਚੱਲ ਰਹੀ ਸੀ, ਲੰਬੀ ਮੀਟਿੰਗ ਚੱਲ ਰਹੀ ਸੀ ਦਿੱਲੀ ਨੂੰ ਲੈ ਕੇ, ਰਾਹੁਲ ਗਾਂਧੀ, ਮਲਕਰਜਨ ਖੜਗੇ ਦੀ ਹਾਜ਼ਰੀ ਦੇ ਵਿੱਚ ਕਾਫੀ ਲੋਕ ਸੀ ਉਹਦੇ ਵਿੱਚ, ਔਰ ਉਸ ਮੀਟਿੰਗ ਦੇ ਵਿੱਚ ਲਗਭਗ ਜੋ ਅਲਕਾ ਲਾਂਬਾ ਨੇ ਕਿਹਾ, ਲਬੋ ਲਬਾਬ ਉਹਦਾ ਇਹੀ ਸੀਗਾ ਔਰ ਇਹੀ ਟੋਨ ਸੀਗੀ। ਲੀਡਰਸ਼ਿਪ ਦਾ ਵੀ ਇਸੇ ਤਰ੍ਹਾਂ ਦਾ ਹੀ ਰੁਖ ਸੀਗਾ ਕਿ ਆਖਰ ਦੇ ਵਿੱਚ ਪੰਜਾਬ ਔਰ ਦਿੱਲੀ ਦੇ ਵਿੱਚ ਲੋਕ ਸਭਾ ਕੱਲਿਆਂ ਲੜੀ ਜਾਣੀ ਹੈ ਔਰ ਸਾਰੀਆਂ ਸੀਟਾਂ ਤੇ ਲੜੀ ਜਾਣੀ ਹੈ। ਔਰ ਜਿਹੜੀਆਂ ਖੇਤਰੀ ਇਕਾਈਆਂ, ਜਿਹੜੀ ਖਾਸ ਤੌਰ ਤੇ ਦਿੱਲੀ ਦੀ ਇਕਾਈ ਆ, ਉਹ ਇਸ ਗੱਲ ਤੇ ਜ਼ੋਰ ਦੇ ਰਹੀ ਸੀ ਕਿ ਅਸੀਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਖਾ ਲਏ ਗਏ ਆ, ਸਾਡੀ ਸਪੇਸ ਹੀ ਨਹੀਂ ਬਚਣੀ। ਔਰ ਪੰਜਾਬ ਦੇ ਵਿੱਚ ਵੀ ਭਾਸਕਰ ਸਾਹਿਬ ਇਹੀ ਸਥਿਤੀ ਹੋਣ ਵਾਲੀ ਕਿ ਜੇਕਰ ਸਮਝੌਤਾ ਹੁੰਦਾ ਤੇ ਕਾਂਗਰਸ ਜਿਹੜੀ ਆ ਉਹ ਪੂਰੀ ਤਰ੍ਹਾਂ ਖਤਮ ਹੋਣ ਵੱਲ ਤੁਰ ਪਊਗੀ। ਇਹ ਇਹਨਾਂ ਦੇ ਇੱਥੋਂ ਦੇ ਜਿਹੜੇ ਕਾਂਗਰਸੀ ਆ ਉਹਨਾਂ ਦੇ ਇਹ ਸ਼ੰਕੇ ਨੇ ਔਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੈ। ਹੁਣ ਜਿਸ ਜਗ੍ਹਾ ਤੇ ਗੱਲ ਜਾ ਕੇ ਖੜ ਗਈ, ਹੁਣ ਉੱਥੋਂ ਅੱਗੇ ਕੀ
ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਪਾਰਟੀ ਵੀ ਕੋਈ ਐਸਕੇਪ ਰੂਟ ਭਾਲ ਰਹੇ ਆ, ਕਿਉਂਕਿ ਉਹਨਾਂ ਨੇ ਮਦਦ ਤਾਂ ਲੈ ਲਈ, ਉਹਨਾਂ ਨੇ ਕਾਂਗਰਸੀਆਂ ਦਾ ਬਹੁਤ ਵੱਡਾ ਧੰਨਵਾਦ ਵੀ ਕੀਤਾ। ਕਾਂਗਰਸ ਨੇ ਨਿੱਠ ਕੇ ਲੜਾਈ ਦਿੱਲੀ ਦੀ ਆਪ ਲੜੀ ਆ, ਔਰ ਹੁਣ ਜੇ ਕੇਜਰੀਵਾਲ ਸਾਹਿਬ ਕਿਸੇ ਛੋਟੇ-ਮੋਟੇ ਬਹਾਨੇ ਨਾਲ ਐਸਕੇਪ ਰੂਟ ਲੈਂਦੇ ਆ ਤਾਂ ਇਹ ਵੀ ਮੰਨਿਆ ਜਾਊਗਾ ਕਿ ਜਿਹੜੇ ਕੇਸਸ ਉਹਨਾਂ ਦੇ ਪਾਰਟੀ ਆਗੂਆਂ ਤੇ ਉਹਨਾਂ ਵੱਲ ਵੀ ਵੱਧਦੇ ਦਿਸ ਰਹੇ ਆ, ਜਾਂ ਕੱਲ ਨੂੰ ਉਹਨਾਂ ਨੂੰ ਖਤਰਾ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਨਾ ਫੜ ਕੇ ਅੰਦਰ ਦੇ ਦਿੱਤਾ ਜਾਵੇ। ਉਹ ਤੋਂ ਬਚਣ ਲਈ ਉਹ ਇਸ ਗੱਠਜੋੜ ਤੋਂ ਬਾਹਰ ਵੀ ਆ ਸਕਦੇ ਆ। ਸੋ ਜਿਹੜੀ ਸਿਚੁਏਸ਼ਨ ਪੈਦਾ ਹੋ ਰਹੀ ਆ, ਇਸ ਸਿਚੁਏਸ਼ਨ ਦੇ ਵਿੱਚ ਹੁਣ ਨੈਕਸਟ ਕੀ? ਦੇਖੋ, ਨੈਕਸਟ ਜਾਣ ਤੋਂ ਪਹਿਲੇ ਤੁਸੀਂ ਯਾਦ ਕਰੋ ਕਿ ਜਿਹੜੀ ਹੈ ਇੰਡੀਆ ਭਾਵੇਂ ਬਣਿਆ ਬੈਂਗਲੁਰੂ ਦੇ ਵਿੱਚ, ਲੇਕਿਨ ਜੂਨ 23 ਦੀ ਜਿਹੜੀ ਮੀਟਿੰਗ ਸੀ ਪਟਨਾ ਸਾਹਿਬ ਦੇ ਵਿੱਚ, ਉੱਥੇ ਵੀ ਕੇਜਰੀਵਾਲ ਸਾਹਿਬ ਦਾ ਕੁਝ ਰੁਖ ਐਦਾਂ ਦਾ ਹੀ ਸੀਗਾ। ਜਦ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲੇ ਹੀ ਵਾਪਸ ਆਉਣ ਦਾ ਫੈਸਲਾ ਕੀਤਾ, ਫਿਰ ਉਸ ਤੋਂ ਬਾਅਦ 18 ਜੁਲਾਈ ਦੀ ਜਿਹੜੀ ਮੀਟਿੰਗ ਸੀਗੀ ਬੈਂਗਲੁਰੂ ਦੇ ਵਿੱਚ, ਉਹਦੇ ਵਿੱਚ ਵੀ ਇਹ ਇੱਕ ਤਰੀਕੇ ਨਾਲ ਵਾਰਨਿੰਗ ਦਿੱਤੀ, ਜੇ ਕਾਂਗਰਸ ਆਪਣਾ ਸਟੈਂਡ ਕਲੀਅਰ ਨਹੀਂ ਕਰਦੀ ਤੇ ਅਸੀਂ ਨਹੀਂ ਜਾਵਾਂਗੇ। ਹੁਣ ਵੀ ਗੱਲ ਉੱਥੇ ਹੀ ਖੜੀ ਹੈ। ਕਾਂਗਰਸ ਦੀ ਕੱਲ ਦੀ ਮੀਟਿੰਗ ਦੇ ਵਿੱਚ ਤਕਰੀਬਨ ਇਹ ਫੈਸਲਾ ਹੋ ਚੁੱਕਿਆ, ਕਿਉਂਕਿ ਹਲਕਾ ਲਾਂਬਾ ਜਿਹੜੀ ਵੀ ਗੱਲ ਕਹਿ ਰਹੀ ਹੈ ਕਿ 7 ਸੀਟਾਂ ਦੇ ਉੱਤੇ ਲੜਨ ਵਾਸਤੇ ਤਿਆਰੀ ਵਾਸਤੇ ਸਾਨੂੰ ਕਹਿ ਦਿੱਤਾ ਗਿਆ ਹੈ। ਉਸ ਤੋਂ ਬਾਅਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਤਰਫੋਂ ਇਹ ਆਣਾ ਕਿ ਜੀ ਹੁਣ ਆਪਾਂ 31 ਅਗਸਤ ਜਾਂ 1 ਸਤੰਬਰ ਦੀ ਜਿਹੜੀ ਮੁੰਬਈ ਦੀ ਮੀਟਿੰਗ ਹੈ ਉਹਦੇ ਉੱਤੇ ਜਾਣ ਦੇ ਉੱਤੇ ਅਸੀਂ ਅੰਤਿਮ ਫੈਸਲਾ ਲਵਾਂਗੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮੁੱਦਾ ਇੰਡੀਆ ਦਾ ਇਹ ਸਿਰਫ ਹਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੈ। ਹੋਰ ਵੀ ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਰਫੜ ਨੇ। ਜੇ ਗੱਲ ਕਰੋ ਕੇਰਲਾ ਦੀ, ਜੇ ਗੱਲ ਕਰੋ ਬਿਹਾਰ ਦੀ, ਜੇ ਗੱਲ ਕਰੋ ਉੱਤਰ ਪ੍ਰਦੇਸ਼ ਦੀ, ਇਹਨਾਂ ਸਟੇਟਾਂ ਦੇ ਵਿੱਚ ਵੀ ਕਈ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਝਗੜੇ ਨੇ। ਤੇ ਇਹ ਹੁਣ ਖਲੇਰਾ ਫਿਲਹਾਲ ਆਮ ਆਦਮੀ ਪਾਰਟੀ ਨੇ ਪਾਣਾ ਤੇ ਜ਼ਰੂਰ ਸ਼ੁਰੂ ਕੀਤਾ, ਕਿਉਂਕਿ ਜਿਹੜੀ ਗੱਲਾਂ ਉਸ ਅਲਾਈਅੰਸ ਦੀ ਮੀਟਿੰਗ ਦੇ ਵਿੱਚ ਹੋਣੀ ਸੀ, ਉਹਨਾਂ ਗੱਲਾਂ ਤੋਂ ਪਹਿਲੇ ਹੀ ਭੱਜਣ ਦੀ ਤਿਆਰੀ ਕਰਨਾ ਔਰ ਉਸ ਅਲਾਈਅੰਸ ਦੇ ਉੱਤੇ ਕੋਈ ਗੱਲ ਨਾ ਕਰਨਾ, ਇਹ ਆਪਣੇ ਆਪ ਵਿੱਚ ਇੰਡੀਆ, ਕਿਉਂਕਿ ਮੋਦੀ ਸਾਹਿਬ ਜਦ ਇੰਡੀਆ ਦੀ ਗੱਲ ਕਰਦੇ ਆ, ਘਮੰਡੀਆ ਵੀ ਕਹਿੰਦੇ ਨੇ ਜਾਂ ਫਿਰ ਕੁਇਟ ਇੰਡੀਆ ਵੀ ਕਹਿੰਦੇ ਨੇ, ਉਹ ਜਿਹੜੀ ਗੱਲਾਂ ਹੈਗੀਆਂ ਉਹ ਵਾਕਈ ਮੁਸ਼ਕਿਲ ਲੱਗ ਰਿਹਾ ਹੈ ਕਿ ਇਹ 26 ਪਾਰਟੀਆਂ ਇਕਜੁੱਟ ਹੋ ਕੇ 1 to 1 ਫਾਈਟ ਦੇਣ ਦੇ ਵਿੱਚ ਕਾਮਯਾਬ ਹੋਏਗੀ। ਕਿਉਂਕਿ 7 ਸੀਟਾਂ ਅਗਰ ਕਾਂਗਰਸ ਲੜਦੀ ਹੈ, ਇਹਦਾ ਇੱਕ ਟੈਸਿਟ ਅੰਡਰਸਟੈਂਡਿੰਗ ਵੀ ਹੋ ਸਕਦੀ ਹੈ, ਕਾਰਨ ਕਿ ਆਮ ਆਦਮੀ ਪਾਰਟੀ ਵੀ ਉਹਨਾਂ 7 ਸੀਟਾਂ ਦੇ ਵਿੱਚ ਹਜੇ ਤੱਕ ਇੱਕ ਵਾਰ ਵੀ ਜਿੱਤ ਪ੍ਰਾਪਤ ਨਹੀਂ ਕੀਤੀ ਤੇ ਕਾਂਗਰਸ ਨੇ ਵੀ ਲਗਾਤਾਰ ਹਾਰ ਦਾ ਸਾਹਮਣਾ ਕੀਤਾ ਹੈ। ਜੇ ਕੋਈ ਐਦਾਂ ਦੀ ਕੋਈ ਟੈਸਿਟ ਅੰਡਰਸਟੈਂਡਿੰਗ ਨਾਲ ਕਿ ਅਧੀਆਂ ਤੇ ਤੁਸੀਂ ਲੜ ਲਓ, ਅਧੀਆਂ ਤੇ ਅਸੀਂ ਲੜ ਲਓ, ਸ਼ਾਇਦ ਦੋਨਾਂ ਨੂੰ ਫਾਇਦਾ ਹੋ ਸਕਦਾ। ਔਰ ਪੰਜਾਬ ਦੇ ਵਿੱਚ ਤੇ ਇਹ ਗੱਲਾਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ ਔਰ ਪੰਜਾਬ ਦੇ ਕਾਂਗਰਸੀ ਇਹਨਾਂ ਗੱਲਾਂ ਦਾ, ਜੋ ਕਿ ਹਜੇ ਤੱਕ ਫਾਈਨਲਾਈਜ਼ ਨਹੀਂ ਹੋਈ ਸੀ, ਉਹਦਾ ਵਿਰੋਧ ਕਰ ਰਹੇ ਸੀ। ਪਰ ਦਿੱਲੀ ਦੇ ਇਸ ਮੀਟਿੰਗ ਦੇ ਫੈਸਲੇ ਤੋਂ ਪੰਜਾਬ ਦੇ ਲੀਡਰ ਜਿਹੜੇ ਖਾਸ ਕਰਕੇ ਬਾਜਵਾ ਸਾਹਿਬ ਹੋ ਗਏ ਜਾਂ ਹੋਰ ਕਾਂਗਰਸ ਦੇ ਲੀਡਰ ਹੋ ਗਏ, ਜਿਹੜੇ ਇਸ ਗੱਲ ਨੂੰ ਸ਼ੁਰੂ ਤੋਂ ਨਕਾਰ ਰਹੇ ਸੀ, ਉਹਨਾਂ ਨੂੰ ਇੱਕ ਭੰਗੜੇ ਪਾਉਣ ਦਾ ਮੌਕਾ ਜ਼ਰੂਰ ਮਿਲ ਗਿਆ। ਇੰਦਰਪ੍ਰੀਤ ਜੀ, 2 ਪਹਿਲੂ ਹੋਰ ਨੇ। ਇੱਕ ਤਾਂ ਕੇਜਰੀਵਾਲ ਸਾਹਿਬ ਦੀ ਪਾਰਟੀ ਦਾ ਡਰ ਵੀ ਸਾਹਮਣੇ ਆ ਰਿਹਾ ਕਿ ਉਹਨਾਂ ਨੂੰ ਇੰਜ ਲੱਗ ਰਿਹਾ ਕਿ ਅਸੀਂ ਲੋਕ ਸਭਾ ਦੇ ਵਿੱਚ ਇਸ ਵਾਰੀ ਵੀ ਕੋਈ ਸੀਟ ਕੱਢ ਪਾਵਾਂਗੇ ਕਿ ਨਹੀਂ। ਗੱਠਜੋੜ ਦੇ ਵਿੱਚ ਸੰਭਾਵਨਾ ਪੂਰੀ ਫਾਈਟ ਦੀ ਹੋ ਸਕਦੀ ਹੈ, ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਇਹ ਗੱਲ ਬੁਰੀ ਲੱਗੀ। ਜਿਹੜੀ ਗੱਲ ਉਹ ਮਹਿਸੂਸ ਕਰ ਰਹੇ ਸੀ ਕਿ ਅਸੀਂ ਪੰਜਾਬ ਔਰ ਦਿੱਲੀ ਦੇ ਵਿੱਚੋਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 12 ਸੀਟਾਂ ਅਸੀਂ ਸਿੱਧੀਆਂ ਲਿਆ ਸਕਦੇ ਹਾਂ, ਚੰਡੀਗੜ੍ਹ, ਪੰਜਾਬ ਔਰ ਦਿੱਲੀ ਚੋਂ, ਔਰ ਕਾਂਗਰਸ ਵੀ ਲਗਭਗ ਸੀਟਾਂ ਜਿੱਤ ਕੇ ਜਾਂਦੀ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ। ਇਹ ਇੱਕ ਮੋਟੀ ਜਿਹੀ ਰਾਏ ਹੈ। ਵੈਸੇ ਜਿਹੜੇ ਪੋਲੀਟੀਕਲ ਪੰਡਤ ਨੇ ਉਹ ਮੰਨਦੇ ਆ ਕਿ ਪੰਜਾਬ ਵਿੱਚ ਵੀ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਲੜਨ, ਭਾਵੇਂ ਕਿ ਇਸ ਤੋਂ ਬਾਅਦ ਕਾਂਗਰਸ ਦਾ ਮਲੀਆਵੇਟ ਹੀ ਹੋਣਾ, ਲੇਕਿਨ ਇਸ ਇਲੈਕਸ਼ਨ 24 ਵਾਲੀ ਦੇ ਵਿੱਚ ਹੁੰਜਾ ਵੀ ਫੇਰ ਸਕਦਾ, ਇਹ ਗੱਠਜੋੜ ਸਾਰੀਆਂ ਸੀਟਾਂ ਵੀ ਕੱਢ ਕੇ ਲਿਆ ਸਕਦਾ। ਪਰ ਜੇਕਰ ਇਹ ਵੱਖੋ ਵੱਖ ਲੜਦੇ ਆ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਪੰਜਾਬ 'ਚ ਕੋਈ ਬਹੁਤਾ ਵੱਡਾ ਨੁਕਸਾਨ ਸ਼ਾਇਦ ਨਾ ਹੋਵੇ, ਕਿਉਂਕਿ ਵੋਟ ਵੰਡ ਜਾਣੀ, ਸੱਤਾ ਦੇ ਹੱਕ ਦੇ ਵਿੱਚ ਫਾਇਦਾ ਹੀ ਹੋਣਾ, ਲੇਕਿਨ ਕਾਂਗਰਸ ਨੂੰ ਸ਼ਾਇਦ ਕੋਈ ਸੀਟਾਂ ਮਿਲਣ, ਇਹ ਸਵਾਲ ਉੱਠਦੇ ਆ। ਪਰ ਜੀ ਕੀ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਪਾਰਟੀ ਵੱਲੋਂ, ਲੀਡਰਾਂ ਵੱਲੋਂ ਜਿਸ ਤਰ੍ਹਾਂ ਰਿਐਕਸ਼ਨ ਆ ਰਿਹਾ, ਉਹਨਾਂ ਦੇ ਡਰ ਵੀ ਬੋਲ ਰਹੇ ਆ ਕਿ ਉਹ ਅੱਜ ਵੀ ਦਿੱਲੀ ਦੇ ਵਿੱਚ ਸੱਤਾ 'ਚੋਂ ਕੋਈ ਸੀਟਾਂ ਕੱਢ ਕੇ ਲਿਆਉਣ ਲਈ ਪੂਰੀ ਤਰ੍ਹਾਂ ਆਸਵੰਦ ਹੈਗੇ ਆ ਕਿ ਨਹੀਂ। ਉਧਰ ਸ਼ਰਦ ਪਵਾਰ ਨੇ ਵੀ ਗੁਪਤ ਮੀਟਿੰਗਾਂ ਦਾ ਸਿਲਸਿਲਾ ਰੌਲਿਆਂ 'ਚ ਪਿਆ ਹੋਇਆ। ਸੋ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਟੱਚ ਕਰਦੇ ਹੋ। ਰੰਧਾਵਾ ਸਾਹਿਬ, ਦੇਖੋ, ਦਿੱਲੀ ਔਰ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣਾ ਬਹੁਤ ਹੀ ਮੁਸ਼ਕਿਲ ਟਾਈਪ ਹੈ। ਦੇਖੋ, ਇਹ 'ਚ ਕੋਈ ਵੀ ਪਾਰਟੀ, ਖਾਸ ਤੌਰ ਤੇ ਜਿਵੇਂ ਮੰਨ ਲਓ ਦਿੱਲੀ ਦੇ ਵਿੱਚ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਕਾਂਗਰਸ ਇਹ ਗੱਲ ਬਿਲਕੁਲ ਉਹ ਕਰ ਹੀ ਨਹੀਂ ਸਕਦੀ ਕਿ ਉਹ ਆਮ ਆਦਮੀ ਪਾਰਟੀ ਨਾਲ ਜਾਏ। ਜਿਹੜੀ ਲੋਕਲ ਲੀਡਰਸ਼ਿਪ ਹੈ, ਜਿਹੜੀ ਹਾਈ ਕਮਾਂਡ ਹੈ, ਉਹ ਤਾਂ ਚਾਹੁੰਦੀ ਹੈ ਵੀ ਦੋਨਾਂ ਦਾ ਹੋ ਜਾਏ, ਪਰ ਲੋਕਲ ਲੀਡਰਸ਼ਿਪ ਇਹ ਬਿਲਕੁਲ ਨਹੀਂ ਚਾਹੇਗੀ ਕਿ ਇਹ ਤਾਂ ਹੋ ਜਾਏ, ਕਿਉਂਕਿ ਆਮ ਆਦਮੀ ਪਾਰਟੀ ਘੱਟੋ ਘੱਟ ਪੰਜਾਬ ਦੇ ਵਿੱਚ, ਮੈਂ ਦਿੱਲੀ ਦੀ ਤਾਂ
ਗੱਲ ਹੁਣ ਇਸ ਕਰਕੇ ਨਹੀਂ ਕਰੂੰਗਾ ਕਿਉਂਕਿ ਉਹ ਲਗਾਤਾਰ ਦੂਸਰੀ ਤੀਸਰੀ ਵਾਰ ਉੱਥੇ ਸੱਤਾ 'ਚ ਆ ਗਏ ਹੈ। ਪਰ ਪੰਜਾਬ ਦੇ ਵਿੱਚ ਇਹ ਜਿਹੜਾ ਪ੍ਰਯੋਗ ਹੈਗਾ ਇਹ ਜਸਟ ਹਜੇ ਅਕਾਲੀ ਦਲ ਤੇ ਕਾਂਗਰਸ ਤੋਂ ਨਿਰਾਸ਼ ਹੋਏ ਲੋਕਾਂ ਦੇ ਵਿੱਚੋਂ ਉਪਜੀ ਹੋਈ ਪਾਰਟੀ ਦਾ ਹੈ, ਇਸ ਕਰਕੇ ਉਹ ਸੱਤਾ ਦੇ ਵਿੱਚ ਆਈ ਹੈ। ਕੋਈ ਉਹਨਾਂ ਦਾ ਕਾਡਰ ਨਹੀਂ ਹੈ, ਨਾ ਹੀ ਉਹਨਾਂ ਨੇ ਕਾਡਰ ਕੋਈ ਬਣਾਇਆ ਹੈ, ਨਾ ਹੀ ਕੋਈ ਇਹੋ ਜਿਹੀ ਲੜਾਈ ਲੜੀ ਹੈ ਕਿ ਉਹਦੇ ਰਾਹੀਂ ਉਹ ਸਰਕਾਰ ਬਣਾਏਗੀ। ਇਹ ਸਿਰਫ ਇਹਨਾਂ ਦੋ ਜਿਹੜੇ ਅਕਾਲੀ ਦਲ ਭਾਜਪਾ ਗਠਜੋੜ ਔਰ ਕਾਂਗਰਸ, ਇਹਨਾਂ ਦੀਆਂ ਸਰਕਾਰਾਂ ਤੋਂ ਜਿਹੜੇ ਨਿਰਾਸ਼ ਹੋ ਗਏ ਸੀ ਲੋਕ, ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਵੀ ਤੁਸੀਂ ਕਰ ਲਓ। ਸੋ ਇੱਥੇ ਕਾਂਗਰਸ ਦੀਆਂ ਜੜ੍ਹਾਂ ਹਜੇ ਵੀ ਮਜ਼ਬੂਤ ਨੇ। ਇਸ ਕਰਕੇ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਇੱਥੇ ਅਗਰ ਉਹ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲੈਂਦੀ ਹੈ, ਠੀਕ ਹੈ, ਬਿਲਕੁਲ ਵੀ ਉਹ ਹੋ ਸਕਦਾ 3-4 ਸੀਟਾਂ ਇਹ ਲੈ ਜਾਣ, 4-5 ਸੀਟਾਂ ਉਹ ਲੈ ਜਾਣ, ਮਤਲਬ ਇਸ ਤਰ੍ਹਾਂ ਦਾ ਗਠਜੋੜ ਦੇ ਵਿੱਚ ਸੀਟਾਂ ਇਹਨਾਂ ਨੂੰ ਵੱਧ ਆ ਸਕਦੀਆਂ ਨੇ। ਪਰ ਉਸ ਤੋਂ ਬਾਅਦ ਜਿਹੜਾ ਦੋਨੋਂ ਪਾਰਟੀਆਂ, ਖਾਸ ਤੌਰ ਤੇ ਆਮ ਆਦਮੀ ਦਾ ਕਾਂਗਰਸ ਦਾ ਜਿਹੜਾ ਵੋਟ ਬੈਂਕ ਜਿਹੜਾ ਸ਼ਿਫਟ ਹੋਊਗਾ ਅਕਾਲੀ ਦਲ 'ਚ, ਉਹ ਫਿਰ ਵਾਪਸ ਆਮ ਆਦਮੀ ਪਾਰਟੀ 'ਚ ਉਹ ਫਿਰ ਵਾਪਸ ਨਹੀਂ ਆਏਗਾ। ਸੋ ਇਸ ਕਰਕੇ ਕਾਂਗਰਸ ਨੂੰ ਉਹ ਡਰ ਵੀ ਸਤਾ ਰਿਹਾ ਜਿਹੜੀ ਲੋਕਲ ਲੀਡਰਸ਼ਿਪ ਹੈ, ਸੇਮ ਹੀ ਡਰ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਵੀ ਹੈ। ਇਸ ਕਰਕੇ ਮੈਨੂੰ ਲੱਗਦਾ ਨਹੀਂ, ਔਰ ਇਹ ਚੀਜ਼ ਜਿਹੜੀ ਹੈਗੀ ਹੈ ਉਹ ਬੀਜੇਪੀ ਨੂੰ ਬਹੁਤ ਸੂਟ ਕਰਦੀ ਹੈ ਕਿ ਇਹ ਕਿਸੇ ਤਰ੍ਹਾਂ ਅਲੱਗ-ਅਲੱਗ ਹੋ ਜਾਣ ਤਾਂ ਜਿੰਨੀ ਵੋਟ ਵੰਡੀ ਜਾਏ ਉਹਨਾਂ ਲਈ ਠੀਕ ਹੈ। ਤੁਸੀਂ ਅਗਰ ਦੇਖੋ ਪਿਛਲੇ 2 ਇਲੈਕਸ਼ਨਾਂ ਨੂੰ, 2014 ਵਾਲੇ ਨੂੰ ਵੀ ਔਰ 2019 ਵਾਲੇ ਨੂੰ ਵੀ, ਦੋਨਾਂ ਵਾਰ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸਾਰੀ ਵਿਧਾਨ ਸਭਾ ਦੀ ਰੋੜ ਕੇ ਲੈ ਜਾਂਦੀ ਹੈ। 67 ਸੀਟਾਂ, ਇੱਕ ਵਾਰ 63 ਸੀਟਾਂ, ਮਤਲਬ 70 ਚੋਂ ਇੰਨੀਆਂ ਸੀਟਾਂ, ਪਰ ਜਦੋਂ ਉਹ ਲੋਕ ਸਭਾ ਜਾਂਦੇ ਇੱਕ ਵੀ ਸੀਟ ਨਹੀਂ। ਸੋ ਇਸ ਤੋਂ ਅੰਦਾਜ਼ਾ ਲਗਾ ਸਕਦੇ ਲੋਕ ਉੱਥੇ ਫਿਰ ਇਹਦਾ ਮਤਲਬ ਹੈ ਕਿ ਮੋਦੀ ਨੂੰ ਹੀ ਵੋਟ ਪਾਉਂਦੇ ਆ। ਤੋ ਇਹਨਾਂ ਨੂੰ ਇਹ ਹੈ ਕਿ ਅਸੀਂ ਜੇ ਮਿਲ ਜਾਈਏ ਸਾਡੇ ਦੋਨਾਂ ਦਾ, ਕਿਉਂਕਿ ਉਹ ਵੋਟ ਬੈਂਕ ਹੀ ਦੋਨਾਂ ਦਾ ਹੈ, ਕਾਂਗਰਸ ਦਾ ਵੋਟ ਬੈਂਕ ਹੀ ਆਮ ਆਦਮੀ ਪਾਰਟੀ 'ਚ ਗਿਆ ਹੋਇਆ। ਸੋ ਜੇ ਇਹ ਦੁਫਾੜ ਹੋਣ ਦੀ ਬਜਾਏ ਇਕੱਠਾ ਹੋ ਜੇ ਤਾਂ ਹੋ ਸਕਦਾ ਕਿ ਇਹ ਸੀਟਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਉੱਥੋਂ ਨਿਕਲ ਆਣ। ਪਰ ਇਹ ਦੋਨਾਂ ਲਈ, ਮਤਲਬ ਆਮ ਆਦਮੀ ਪਾਰਟੀ ਦਾ ਕਿਉਂਕਿ ਦੋਨੋਂ ਸਟੇਟਾਂ ਦੇ ਵਿੱਚ ਸੱਤਾ ਦੇ ਵਿੱਚ ਹੈ, ਇਸ ਕਰਕੇ ਹੋ ਸਕਦਾ ਕਿ ਉਹਨਾਂ ਨੂੰ ਤਾਂ ਨੁਕਸਾਨ ਘੱਟ ਹੋਏ, ਪਰ ਕਾਂਗਰਸ ਜਿਹੜੀ ਹੈ ਉਹ ਬਿਲਕੁਲ ਸਾਫ਼ ਹੋ ਜਾਏਗੀ। ਜੀ ਭਾਸਕਰ ਸਾਹਿਬ, ਵੈਸੇ ਤਾਂ ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਲੜਾਈ ਕਾਫੀ ਟਫ ਹੋਣ ਵਾਲੀ ਹੈ। ਵੈਸੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਥੋੜੇ ਰੱਫੜ ਹੈਗੇ ਹੀ ਆ। ਕੱਲ ਜਿਹੜੇ 5 ਰਾਜ ਹੈ ਉਹਨਾਂ ਦੇ ਸੰਦਰਭ 'ਚ ਫੈਸਲੇ ਲੈਣ ਲਈ ਮੀਟਿੰਗ ਹੋ ਰਹੀ ਸੀ, ਔਰ ਉਸ ਤੋਂ ਬਾਅਦ ਲਗਭਗ ਇਹ 5 ਸੂਬੇ, ਜਿਨ੍ਹਾਂ 'ਚ ਵੱਡੇ ਸੂਬੇ ਉਹ 2 ਨੇ ਜਿਨ੍ਹਾਂ 'ਚ ਕਾਂਗਰਸ ਦੀ ਸਰਕਾਰ ਹੈ, ਔਰ ਕਾਂਗਰਸ ਨੂੰ ਉੱਥੇ ਸੱਤਾ ਵਿਰੋਧੀ ਲਹਿਰ ਦਾ ਮਾੜਾ ਮੋਟਾ ਨੁਕਸਾਨ ਤਾਂ ਹੋਊਗਾ ਹੀ। ਸੋ ਉੱਥੋਂ ਬੀਜੇਪੀ 24 ਦੀ ਇਲੈਕਸ਼ਨ ਤੋਂ ਪਹਿਲਾਂ ਇੱਕ ਮੋਮੈਂਟਮ ਹਾਸਲ ਕਰਨਾ ਚਾਹ ਰਹੀ ਹੈ, ਮਤਲਬ ਜ਼ੋਰ ਲੱਗੂਗਾ। ਪੰਜਾਬ ਦੇ ਵਿੱਚ ਮੈਂ ਹੁਣ ਵੀ ਦੇਖ ਰਿਹਾ ਸੀ, ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਜਾਖੜ ਸਾਹਿਬ ਆਪਣੇ ਘਰ 'ਚ ਹੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਸੀ ਤੇ ਖਬਰ ਲਾਉਣ ਵਾਲਾ ਇਹ ਖਬਰ ਲਾ ਰਿਹਾ ਸੀ ਕਿ ਜਿਹੜੇ ਬੰਦੇ ਮੀਟਿੰਗਾਂ 'ਚ ਅੰਦਰ ਕੁੰਡੀ ਬੰਦ ਕਰਕੇ ਨੇ ਤੇ ਬਾਹਰ ਪੁਰਾਣੇ ਭਾਜਪਾਈ ਹੱਥ 'ਚ ਫੁੱਲ ਲੈ ਕੇ ਮਿਲਣ ਲਈ ਖੜੇ ਨੇ, ਤੇ ਉਹਨਾਂ ਨੂੰ ਅੰਦਰ ਜਾਣ ਦੀ ਅਜੇ ਨਹੀਂ ਉਹਨਾਂ ਦਾ ਸਮਾਂ ਆਇਆ, ਤੇ ਅੰਦਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਕੁੰਡੀਆਂ ਲਾ ਕੇ। ਸੋ ਇੱਥੇ ਵੀ ਕੁੰਡੀਆਂ ਲੱਗ ਰਹੀਆਂ ਨੇ ਇੱਧਰੋਂ ਤੇ ਇੱਧਰੋਂ, ਵੀ ਕੋਈ ਨਾ ਕੋਈ ਕੁੰਡੀ ਲਾ ਹੀ ਜਾਂਦਾ, ਤੇ ਇਹਨੂੰ ਵੀ ਗੱਲ ਨੂੰ ਅੱਗੇ ਵਧਾਈ ਦਿਓ। ਦੇਖੋ, ਜਿੱਥੇ ਤੱਕ ਕੁੰਡੀਆਂ ਲਾ ਕੇ ਮੀਟਿੰਗ ਕਰਨ ਦਾ ਜ਼ਿਕਰ ਹੈ, ਤੁਸੀਂ ਮੁੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਅਜੀਤ ਪਵਾਰ ਆਪਣੇ ਸ਼ਰਦ ਪਵਾਰ ਅੰਕਲ ਜੀ ਨੂੰ ਮਿਲੇ ਨੇ ਪਿੱਛੇ, ਔਰ ਉਸ ਗੱਲ ਦੇ ਉੱਤੇ ਰੋਲਾ ਪੈ ਗਿਆ। ਮਹਾਰਾਸ਼ਟਰ ਦੇ ਵਿੱਚ ਜਿਸ ਤਰੀਕੇ ਨਾਲ ਸ਼ਿਵ ਸੈਨਾ, ਕਾਂਗਰਸ ਤੇ ਸ਼ਰਦ ਪਵਾਰ ਉਹਨਾਂ ਦਾ ਇੱਕ ਅਲਾਈਅੰਸ ਬਣਿਆ, ਮਹਾਆਗਾੜੀ ਕਰਕੇ ਕਹਿੰਦੇ ਉਹਨੂੰ, ਮਹਾ ਵਿਕਾਸ ਅਗਾੜੀ, ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਧਵ ਠਾਕਰੇ ਨੇ, ਉਹਨਾਂ ਨੇ ਇਹ ਕਿਹਾ ਕਿ ਜੇ ਇਹ ਮੀਟਿੰਗਾਂ ਹੋ ਰਹੀਆਂ ਸੀਕ੍ਰੇਟ ਤਰੀਕੇ ਨਾਲ ਅਜੀਤ ਪਵਾਰ ਨਾਲ, ਔਰ ਕੀ ਕੋਈ ਸਟੈਂਡ ਚੇਂਜ ਹੋਣ ਵਾਲਾ ਹੈ, ਔਰ 31 ਅਗਸਤ ਤੇ 1 ਸਤੰਬਰ ਦੀ ਜਿਹੜੀ ਤਿਆਰੀਆਂ ਚੱਲ ਰਹੀਆਂ ਉਸ ਇੰਡੀਆ ਦੀ ਮੀਟਿੰਗ ਦੇ ਵਿੱਚ, ਹਜੇ ਤੱਕ ਸ਼ਰਦ ਪਵਾਰ ਦੀ ਪਾਰਟੀ ਦਾ ਇੱਕ ਵੀ ਰਿਪਰੈਜ਼ੈਂਟੇਟਿਵ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਇਆ। ਉਹਨਾਂ ਨੇ ਪਲਾਨ B ਦੀ ਵੀ ਗੱਲ ਕੀਤੀ ਕਿ ਕੱਲ ਸ਼ਰਦ ਪਵਾਰ ਉਹਨਾਂ ਨੂੰ ਵੀ ਸਾਹਮਣੇ ਆਣਾ ਪਿਆ। ਉਹਨਾਂ ਨੇ ਇਸ ਗੱਲ ਨੂੰ ਸਿਰੇ ਤੋਂ ਇਨਕਾਰਿਆ ਹੈ ਕਿ ਸਾਡਾ ਬੀਜੇਪੀ ਦੇ ਨਾਲ ਕਿਸੇ ਵੀ ਤਰੀਕੇ ਦਾ ਅਲਾਈਅੰਸ ਨਹੀਂ ਹੋਏਗਾ, ਅਸੀਂ ਬੀਜੇਪੀ ਨੂੰ ਜਾਂ NDA ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਹਨਾਂ ਮੁੱਦਿਆਂ ਦੇ ਉੱਤੇ ਇੱਕ ਕਨਫਿਊਜ਼ਨ ਮਹਾਰਾਸ਼ਟਰ ਦੇ ਵਿੱਚ ਬਣਿਆ ਹੋਇਆ, ਜਿੱਦਾਂ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇਸ ਅਲਾਈਅੰਸ ਦੇ ਵਿੱਚ ਸ਼ਾਮਿਲ ਹੋਣ ਦੇ ਮੁੱਦੇ ਦੇ ਉੱਤੇ ਜਿਹੜਾ ਕਨਫਿਊਜ਼ਨ ਬਣਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਔਰ ਉਹ ਸਾਰੇ ਵੱਡੇ ਬੀਜੇਪੀ ਦੇ ਲੀਡਰ ਕੱਲ ਮੀਟਿੰਗ ਕਰਦੇ ਨੇ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਅਡਾਪਟ ਕੀਤੀ ਜਾਏ ਤਾਂ ਕਿ ਉਹਨਾਂ ਦੋਨੋਂ ਸੂਬਿਆਂ ਦੇ ਵਿੱਚ
2-3 ਮਹੀਨਿਆਂ ਦੇ ਵਿੱਚ ਇਲੈਕਸ਼ਨ ਹੈਗੇ ਅਸੈਂਬਲੀ, ਤੇ ਉਹਦੇ ਉੱਤੇ ਸੈਂਟਰਲ ਪਾਰਲੀਮੈਂਟਰੀ ਬੋਰਡ ਦੇ ਸਾਰੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ ਔਰ ਇੱਕ ਰਣਨੀਤੀ ਵੀ ਤਿਆਰ ਕੀਤੀ ਗਈ। ਔਰ ਉਸ ਮੱਧ ਪ੍ਰਦੇਸ਼ ਦੇ ਦਿਗਵਿਜੇ ਸਿੰਘ ਕਾਂਗਰਸ ਦੇ, ਉਹਨਾਂ ਨੂੰ ਵੀ ਇੱਕ ਬਿਆਨ ਦੇਣਾ ਪੈ ਗਿਆ ਕਿ ਅਸੀਂ ਜਾਂ ਸਾਡੀ ਸਰਕਾਰ ਅਗਰ ਆਂਦੀ ਹੈ ਤੇ ਮੱਧ ਪ੍ਰਦੇਸ਼ ਦੇ ਵਿੱਚ ਅਸੀਂ ਬਜਰੰਗ ਦਲ ਨੂੰ ਬੈਨ ਨਹੀਂ ਕਰਾਂਗੇ। ਯਾਨੀ ਕਰਨਾਟਕਾ ਦੇ ਵਿੱਚ ਜਿਸ ਬਜਰੰਗ ਦਲ ਨੂੰ ਬੈਨ ਕਰਨ ਦੀ ਗੱਲਾਂ ਚੱਲ ਰਹੀ ਸੀ, ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਦਿਗਵਿਜੇ ਸਿੰਘ ਨੂੰ ਇਹ ਕਹਿਣਾ ਪੈ ਗਿਆ ਕਿ ਅਸੀਂ ਬਜਰੰਗ ਦਲ ਨੂੰ ਉੱਥੇ ਬੈਨ ਨਹੀਂ ਕਰਾਂਗੇ। ਯਾਨੀ ਰਣਨੀਤੀ ਜਾਂ ਸਾਰੀ ਸਟ੍ਰੈਟਜੀ ਹੈਗੀ ਹੈ ਉਹ ਸੂਬੇ ਨੂੰ ਦੇਖ ਕੇ ਅਡਾਪਟ ਕਰਨੀ ਵੱਖ-ਵੱਖ ਪਾਰਟੀਆਂ ਨੇ ਸ਼ੁਰੂ ਕਰਤੀ ਹੈ। ਔਰ ਇਹ ਜਿਹੜੀ 1 ਸਤੰਬਰ ਨੂੰ ਮੀਟਿੰਗ ਹੋਣੀ ਹੈ, ਉਹਦੇ ਵਿੱਚ ਸੀਟਾਂ ਨੂੰ ਵੰਡ ਨੂੰ ਲੈ ਕੇ ਕਿੰਨਾ ਕੁ ਝਗੜਾ ਹੁੰਦਾ, ਕਿੰਨੀ ਕੁ ਸਹਿਮਤੀ ਬਣਦੀ ਹੈ, ਇਹ ਇੱਕ ਵੱਡਾ ਮਾਈਲਸਟੋਨ ਹੈ ਇਸ ਇੰਡੀਆ ਅਲਾਈਅੰਸ ਵਾਸਤੇ। ਇਹ ਖਬਰ ਵੈਸੇ ਸਾਨੂੰ ਸਭ ਤੋਂ ਪਹਿਲਾਂ ਲੈਣੀ ਚਾਹੀਦੀ ਸੀ, ਜਿਹੜੀ ਅਸੀਂ ਸਭ ਤੋਂ ਪਿੱਛੇ ਲੈ ਰਹੇ ਹਾਂ। ਪੰਜਾਬ ਝਾੜਾਂ ਦੀ ਸਥਿਤੀ, ਹਿਮਾਚਲ ਦੇ ਵਿੱਚ ਤਬਾਹੀ ਦੇ ਮੰਜ਼ਰ। ਮੈਨੂੰ ਇੰਦਰਪ੍ਰੀਤ ਜੀ ਗੈਰ ਰਸਮੀ ਗੱਲਬਾਤ ਦੇ ਵਿੱਚ ਕਿਸੇ ਵੱਡੇ ਐਕਸਪਰਟ ਦੇ ਹਵਾਲੇ ਨਾਲ ਕਹਿ ਰਹੇ ਸੀ ਕਿ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਪੰਜਾਬ ਤੇ ਹਿਮਾਚਲ ਸਮਾਨਾਂਤਰ ਬਰਬਾਦ ਕਰਕੇ ਰੱਖਤੇ। ਪੰਜਾਬ ਦੇ ਵਿੱਚ ਇੰਡਸਟਰੀ ਇਸ ਕਰਕੇ ਹਿਜਰਤ ਕਰ ਗਈ, ਪਲਾਇਨ ਕਰ ਗਈ, ਸ਼ਿਫਟ ਕਰ ਗਈ ਪਹਾੜੀ ਰਾਜਾਂ ਨੂੰ ਕਿ ਉੱਥੇ ਟੈਕਸ ਹੌਲੀਡੇਜ਼ ਦੇ ਨਾਂ ਤੇ ਪੈਕੇਜ ਦਿੱਤਾ ਗਿਆ। ਮਤਲਬ ਪੰਜਾਬ ਨਾਲੋਂ ਤੁਸੀਂ ਉੱਥੇ ਪ੍ਰੋਡਕਸ਼ਨ ਸਸਤੀ ਤੇ ਤੁਹਾਨੂੰ ਪ੍ਰੋਫਿਟ ਜ਼ਿਆਦਾ। ਭੱਜ ਗਏ ਸਾਰੇ, ਜਿੰਨੇ ਇੱਥੇ ਸੀ ਯੂਨਿਟ ਲੱਗੇ ਹੋਏ ਉਹਨਾਂ ਚੋਂ ਬਹੁ ਗਿਣਤੀ ਜਾ ਕੇ ਨਾਲ ਹੀ ਹਿਮਾਚਲ ਚਲਾ ਕੇ ਬਹਿ ਗਏ। ਔਰ ਹੋਰ ਵੀ ਬਾਹਰੋਂ ਇੰਡਸਟਰੀ ਆਈ, ਪਹਾੜ ਵੱਲ ਆਈ, ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਗਈ। ਹੁਣ ਸਵਾਲ ਇਸ ਗੱਲ ਦਾ ਹੈ ਕਿ ਪਹਾੜ, ਕੁਦਰਤ, ਨੇਚਰ ਬਣੀ ਕਿਸ ਕੰਮ ਲਈ ਆ ਤੇ ਅਸੀਂ ਉੱਥੇ ਨੇਚਰ ਨਾਲ ਖਿਲਵਾੜ ਕੀ ਕੀਤਾ। ਇਹ ਜਿਹੜੇ ਬਹੁਤ ਵੱਡੇ ਸ਼ਹਿਰ ਬਣੇ ਆ, ਸ਼ਿਮਲੇ ਵਰਗੇ, ਜਿੱਦੀ ਖੂਬਸੂਰਤੀ ਲਈ ਲੋਕ ਜਾਂਦੇ ਸੀ, ਹੁਣ ਉਹ ਕੰਕਰੀਟ ਦੇ ਜੰਗਲ ਬਣ ਗਏ। ਜੰਗਲ ਕਿੱਥੇ ਉਕਰੇ ਆ? ਜਿੱਥੇ ਉਹ ਜੰਗਲ ਪਹਾੜ ਦੀ ਹਿੱਕ ਦੇ ਉੱਤੇ ਨੇ, ਉਹ ਉਸਰੇ ਹੋਏ। ਹੁਣ ਪਹਾੜ ਖੁਰ ਰਿਹਾ, ਮਰ ਰਿਹਾ, ਉਹ ਮਰੂਗਾ, ਉਹਦੀ ਹਿੱਕ ਤੇ ਜੋ ਵੀ ਹੋਊਗਾ ਉਹ ਮਰੂਗਾ। 100 ਤੋਂ ਵੱਧ ਲੋਕ ਤਾਂ ਆਇਡੈਂਟੀਫਾਈਡ ਹੀ ਹੈ ਕਿ ਇਹ ਮਰ ਚੁੱਕਿਆ ਹੈ ਉੱਥੇ ਹਿਮਾਚਲ ਦੇ ਹੜ੍ਹਾਂ ਦੇ ਕਾਰਨ। ਜਿੰਨਾ ਕੁ ਇਨਫਰਾਸਟ੍ਰਕਚਰ ਉੱਥੇ ਤਬਾਹ ਹੋ ਗਿਆ ਹੈ, ਹਜੇ ਤਾਂ ਉਹਦਾ ਆਂਕਲਨ ਵੀ ਨਹੀਂ ਕੀਤਾ ਜਾ ਰਿਹਾ। ਮੁੱਖ ਮੰਤਰੀ ਉੱਥੇ ਦੇ 10,000 ਕਰੋੜ ਕਹਿ ਰਹੇ ਹੈ, ਜਿਹੜੇ ਦੂਜੇ ਹੈ ਉਹ 7384 ਕਰੋੜ ਕਹਿ ਰਹੇ ਹੈ। ਹਜੇ ਕੋਈ ਫਾਈਨਲ ਨਹੀਂ ਹੈ। ਫਾਈਨਲ ਤਾਂ ਹੋਊਗਾ ਜਦੋਂ ਇਹ ਸਾਰੀ ਬਰਬਾਦੀ, ਮਤਲਬ ਹੜ੍ਹ ਇਹ ਅੰਕੜਾ 1 ਹਫ਼ਤੇ ਪਹਿਲਾਂ ਤੱਕ ਦਾ ਹੈ, ਜਦੋਂ ਪਹਿਲਾਂ ਬਾਰਿਸ਼ਾਂ ਥੰਮ ਗਈਆਂ ਸੀ। ਹੁਣ ਜਿਹੜੇ ਦੂਜੇ ਨੁਕਸਾਨ ਹੋਏ, ਮੈਨੂੰ ਲੱਗਦਾ ਇਹ 1 ਲੱਖ ਕਰੋੜ ਤੋਂ ਉੱਪਰ ਦਾ ਨੁਕਸਾਨ। ਬਿਲਕੁਲ, ਇਹ ਜਿਹੜਾ ਨੁਕਸਾਨ ਹੋ ਰਿਹਾ ਇਹਦਾ ਤਾਂ ਮੈਨੂੰ ਲੱਗਦਾ ਆਂਕਲਨ ਹੀ ਨਹੀਂ ਕੋਈ ਹੋਣਾ। ਕੀ ਆਂਕਲਨ ਹੋ ਸਕਦਾ? ਇੱਕ ਜਾਨ ਦੀ ਕੀਮਤ ਕੀ ਹੋ ਸਕਦੀ ਹੈ? ਸਾਨੂੰ ਨਹੀਂ ਪਤਾ ਵੀ ਉਸ ਪਰਿਵਾਰ ਲਈ ਉਸ ਜਾਨ ਦੀ ਕੀਮਤ ਕੀ ਹੈ, ਨਾ ਹੀ ਉਹਨੂੰ ਰੁਪਈਸ 'ਚ ਕੋਈ ਤੋਲਿਆ ਜਾ ਸਕਦਾ ਹੈ। ਸੋ ਇਹ ਇੱਕ ਹੈ। ਦੂਜੀ ਜਿਹੜੀ ਪਹਾੜਾਂ ਦੀ ਬਰਬਾਦੀ ਹੋਈ ਹੈ, ਉਹਨੂੰ ਵੀ ਜਿਹੜਾ ਰੰਧਾਵਾ ਸਾਹਿਬ ਅਸੀਂ ਕਿਸੇ ਵੀ ਪੈਸੇ ਨਾਲ ਤੋਲ ਹੀ ਨਹੀਂ ਸਕਦੇ, ਕਿਉਂਕਿ ਮੈਨੂੰ ਪਤਾ ਹੈ ਇੱਕ ਦਰਖਤ ਲਗਾਉਣ ਲਈ ਕਿੰਨੇ ਸਾਲ ਵੇਟ ਕਰਨੀ ਪੈਂਦੀ ਹੈ। ਸੋ ਇਹ ਜਿਹੜੇ ਅਸੀਂ ਕੰਕਰੀਟ ਦੇ ਜੰਗਲ ਬਣਾਤੇ, ਮੈਂ 2 ਜਿਹੜੇ ਡਿਸੀਜਨ ਨੇ ਉਹਨਾਂ ਦੀ ਗੱਲ ਕਰ ਰਿਹਾ ਸੀਗਾ। ਮੈਂ ਇਹ ਕਹਿ ਰਿਹਾ ਸੀਗਾ ਕਿ ਜਦੋਂ ਤੁਸੀਂ 2003 ਜਾਂ 3 ਦੇ ਵਿੱਚ ਇਹ ਫੈਸਲਾ ਲਿਆ ਸੀ ਕਿ ਇੰਡਸਟਰੀਅਲਾਈਜੇਸ਼ਨ ਕਰਨੀ ਹੈ, ਸਭ ਤੋਂ ਮਾੜਾ ਫੈਸਲਾ ਸੀ ਇਹ, ਸਭ ਤੋਂ ਮਾੜਾ ਫੈਸਲਾ। ਕਿਉਂਕਿ ਤੁਸੀਂ ਜੇ ਕਦੇ ਇਸ ਪਾਸੇ ਵੱਲ ਨੂੰ ਦੇਖੋ, ਜਿਹੜਾ ਇਹ ਬਰੋਟੀ ਵਾਲਾ ਏਰੀਆ ਹੈਗਾ, ਕਿਸੇ ਟਾਈਮ ਅਸੀਂ ਇੱਥੇ ਜਾਂਦੇ ਸੀ, ਛੋਟੇ ਪਹਾੜ ਇੱਥੋਂ ਸ਼ੁਰੂ ਹੁੰਦੇ ਸੀ, ਸੋਲਨ ਤੱਕ ਇਹ ਅੱਛੇ ਪਹਾੜ ਬਣ ਜਾਂਦੇ ਸੀ। ਮੈਂ 90 ਕੇ ਦਸ਼ਕ ਦੀ ਗੱਲ ਕਰ ਰਿਹਾ ਤੇ ਮੈਂ ਉਦੋਂ ਮੈਨੂੰ ਇੱਕ ਵਾਰ ਬਸ ਜਾਣ ਦਾ ਮੌਕਾ ਮਿਲਿਆ ਸੀ। ਪਰ ਜਦੋਂ ਮੈਂ ਹੁਣ ਗਿਆ, ਇਹ ਸਾਰੀਆਂ ਚੀਜ਼ਾਂ ਪਲੇਨ ਨੇ, ਇਹ ਲੱਗਦਾ ਹੀ ਨਹੀਂ ਕਿ ਅਸੀਂ ਪਹਾੜਾਂ ਤੇ ਆ, ਟੋਟਲ ਪਲੇਨ ਕਰਤੇ ਹੈ। ਯਾਨੀ ਕਿ ਕਿੰਨੀ ਜ਼ਿਆਦਾ ਅਸੀਂ ਵਿਸਫੋਟ ਕਰਕੇ ਪਹਾੜਾਂ ਨੂੰ ਕਮਜ਼ੋਰ ਕੀਤਾ ਹੋਊਗਾ। ਦੂਸਰਾ, ਉਸ ਤੋਂ ਵੱਡਾ ਨੁਕਸਾਨ ਜਿਹੜੇ ਅਸੀਂ 4 ਲੇਨਸ ਬਣਾ ਰਹੇ ਹਾਂ, ਹਰ ਪਾਸੇ ਵੱਲ ਨੂੰ 4 ਲੇਨਸ ਜਾ ਰਹੀਆਂ। ਚਾਹੇ ਉਹ ਤੁਸੀਂ ਸ਼ਿਮਲੇ ਨੂੰ ਚਲੇ ਜਾਓ, ਉੱਥੇ ਵੀ 4 ਲੇਨ ਜਾ ਰਹੀ ਹੈ। ਇੱਥੇ ਤੁਸੀਂ ਮਨਾਲੀ ਵਾਲੀ, ਚੰਡੀਗੜ੍ਹ ਤੋਂ ਮਨਾਲੀ, ਪਠਾਨਕੋਟ ਤੋਂ ਮਨਾਲੀ, ਇਸ ਤਰ੍ਹਾਂ ਹੀ ਹੋਰ ਜਿਹੜੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਜਿਹੜੀਆਂ ਮਨਾਲੀ ਨੂੰ ਸੜਕਾਂ ਆ ਰਹੀਆਂ, ਸਾਰੀਆਂ 4 ਲੇਨ ਕਰ ਰਹੇ ਆ। ਔਰ ਸਾਰਾ ਜਿੰਨਾ ਮਲਬਾ ਚੱਕ ਕੇ ਬਿਆਸ ਨਦੀ 'ਚ ਸੁੱਟੀ ਜਾ ਰਿਹਾ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਹ ਚੱਲ ਰਹੀਆਂ ਨੇ, ਕੀ ਨਾਮ ਹੈ, ਯਾਚਿਕਾਵਾਂ NGT ਦੇ ਵਿੱਚ ਵੀ ਚੱਲ ਰਹੀਆਂ, ਹਾਈ ਕੋਰਟਾਂ ਦੇ ਵਿੱਚ ਵੀ ਚੱਲ ਰਹੀਆਂ, ਹੋਰ ਵੀ ਥਾਵਾਂ ਤੇ ਚੱਲ ਰਹੀਆਂ। ਪਰ ਸੁਣਨ ਵਾਲਾ ਕੋਈ ਨਹੀਂ ਹੈਗਾ, ਕੋਈ ਨਹੀਂ ਸੁਣ ਰਿਹਾ ਕਿ ਯਾਰ ਅਸੀਂ ਜਿਹੜੀ ਬਰਬਾਦੀ ਕਰੀ ਜਾ ਰਹੇ ਹਾਂ, ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ। NGT ਦਾ ਆਪਣਾ ਸਰਵੇਖਣ ਹੈਗਾ ਕਿ ਇਹਦੇ ਨਾਲ ਬਹੁਤ ਬਰਬਾਦੀ ਹੋਏਗੀ ਜੋ ਤੁਸੀਂ ਇਹ ਕਰ ਰਹੇ ਹੋ, ਪਰ ਕੋਈ ਸੁਣਨ ਵਾਲਾ ਨਹੀਂ ਹੈ। ਇਸ ਟਾਈਮ ਹੀ ਸਭ ਨੂੰ ਯਾਦ ਆਉਂਦੀ ਹੈ, ਜਦੋਂ ਆਹ ਬਰਸਾਤਾਂ ਹੁੰਦੀਆਂ ਉਦੋਂ ਹੀ ਸਭ ਨੂੰ ਯਾਦ ਆਉਂਦੀ ਹੈ ਵੀ ਹਾਂ ਅਸੀਂ ਗਲਤੀਆਂ ਕਰ ਬੈਠੇ।
ਤੁਸੀਂ ਦੇਖ ਲਿਓ, ਇਹ ਬਰਸਾਤਾਂ ਰੁਕ ਜਾਣ ਤੋਂ ਮਹੀਨਾ ਕਿ ਠਹਿਰ ਜਾਣ ਦੋ, ਫਿਰ ਉਸੇ ਤਰ੍ਹਾਂ ਹੀ ਲੋਕਾਂ ਨੇ ਦੁਬਾਰਾ ਵਹੀ ਰਕਤ ਲੈਣੀ ਹੈ ਕਿ ਪਹਾੜਾਂ ਦੀ ਬਰਫਾਂ ਦੇਖ ਕੇ ਆਈਏ। ਸ਼ਿਮਲਾ ਦਾ ਪੂਰਾ ਏਰੀਆ ਅੱਜ ਕਿਤੇ ਇੱਕ ਜਗ੍ਹਾ ਨਹੀਂ ਹੈ ਜਿੱਥੇ ਤੁਹਾਨੂੰ ਕੋਈ ਦਰਖਤ ਨਜ਼ਰ ਆ, ਸਾਰੇ ਵੱਢ ਕੇ ਉਹਨਾਂ ਨੇ ਉੱਥੇ ਲੋਕਾਂ ਨੇ ਉਹ ਬਣਾ ਲਏ। ਇਹੀ ਦਰਖਤ ਸੀ ਜਿਹੜੇ ਮਿੱਟੀ ਨੂੰ ਪਕੜ ਕੇ ਰੱਖਦੇ ਸੀ। ਹੁਣ ਜਦੋਂ ਤੁਸੀਂ ਕੰਕਰੀਟ ਬਣਾਤਾ ਤਾਂ ਮਿੱਟੀ ਨੂੰ ਪਕੜਨ ਵਾਲਾ ਕੌਣ ਹੈ? ਮਿੱਟੀ ਜਦੋਂ ਹੀ ਖੁਰਦੀ ਹੈ, ਮਕਾਨ ਦੇ ਮਕਾਨ, ਬਿਲਡਿੰਗਾਂ ਦੀ ਬਿਲਡਿੰਗਾਂ ਥੱਲੇ ਆ ਜਾਂਦੀਆਂ। ਸੋ ਅਸੀਂ ਜਿੰਨਾ ਚੀਜ਼ਾਂ ਦਾ ਨੁਕਸਾਨ ਅਸੀਂ ਆਪਣੇ ਹੱਥੀਂ ਕੀਤਾ ਹੈ, ਅਸੀਂ ਹੁਣ ਸਾਡੇ ਕੋਲ ਕੁਰਲਾਣ ਤੋਂ ਇਲਾਵਾ ਵੀ ਕੋਈ ਚਾਰਾ ਹੈ ਨਹੀਂ। ਇਹ ਦੋ ਡਿਸੀਜਨ ਮੈਨੂੰ ਲੱਗਦਾ ਕਿ ਬਹੁਤ ਮਾੜੇ ਨੇ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ 1 ਮਿੰਟ ਹੀ ਲਊਂਗਾ, ਉਹਦੀ ਦੇਣਾ ਚਾਹੂੰਗਾ ਕਿ ਭੂਟਾਨ ਵਰਗਾ ਛੋਟਾ ਜਿਹਾ ਕੰਟਰੀ ਸਾਡੇ ਬਿਲਕੁਲ ਨਾਲ ਹੈ, ਐਡਜੋਇਨਿੰਗ ਹੈ, ਦੋ ਮਹਾਸ਼ਕਤੀਆਂ ਦੇ ਵਿੱਚ ਬਿਲਕੁਲ ਛੋਟਾ ਜਿਹਾ ਉਹ ਹੈ। ਪਰ ਤੁਸੀਂ ਉੱਥੇ ਰੰਧਾਵਾ ਸਾਹਿਬ ਜਾ ਕੇ ਦੇਖੋ ਕਦੀ, ਉਹਨਾਂ ਨੇ ਇੱਕ ਛੋਟੀ ਜੀ ਮਤਲਬ ਇੰਡਸਟਰੀ ਵੀ ਉੱਪਰ ਅਲਾਉ ਨਹੀਂ ਕੀਤੀ। ਉਹਨਾਂ ਨੇ ਸਿਰਫ ਥੱਲੇ ਇੱਕ ਫੁੰਸ਼ਲਿੰਗ ਨਾਮ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ, ਸਾਰੀ ਇੰਡਸਟਰੀ ਉਹਨਾਂ ਨੇ ਥੱਲੇ ਮੈਦਾਨ ਤੇ ਲਗਾਈ। ਉਹਨਾਂ ਨੇ ਕਿਹਾ ਉੱਪਰ ਕੋਈ ਅਲਾਉ ਨਹੀਂ ਹੋਏਗਾ। ਤਾਂ ਤੁਸੀਂ ਦੇਖੋ ਵੀ ਜਦੋਂ ਇੱਕ ਭੂਟਾਨ ਵਰਗਾ ਛੋਟਾ ਜਿਹਾ ਜਿਹੜਾ ਕੰਟਰੀ ਹੈ, ਉਹ ਅਗਰ ਇਸ ਤਰ੍ਹਾਂ ਦਾ ਡਿਸੀਜਨ ਲੈ ਸਕਦਾ, ਔਰ ਅਸੀਂ ਕਹਿ ਰਹੇ ਵੀ ਉੱਥੇ ਤਾਂ ਰਾਜਾਸ਼ਾਹੀ ਹੈ ਜੀ, ਲੋਕਤੰਤਰ ਜ਼ਿਆਦਾ ਵਧੀਆ ਹੁੰਦਾ, ਫਿਰ ਤਾਂ ਮੈਨੂੰ ਲੱਗਦਾ ਰਾਜਾਸ਼ਾਹੀ ਜ਼ਿਆਦਾ ਵਧੀਆ। ਜੇ ਫੈਸਲੇ ਚੰਗੇ ਉਹ ਲੈ ਰਹੀ ਹੈ ਤੇ ਲੋਕਸ਼ਾਹੀ ਇਹ ਜਿਹੇ ਫੈਸਲੇ ਲੈ ਰਹੀ ਹੈ, ਤਾਂ ਮੈਨੂੰ ਲੱਗਦਾ ਰਾਜਾਸ਼ਾਹੀ ਜ਼ਿਆਦਾ ਬੈਟਰ ਹੈ। ਤੁਸੀਂ ਦੇਖੋ ਇੰਨਾ ਕੀ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਖੜਾ ਹੋਣਾ ਕੋਈ ਸੌਖਾ ਹੈ, ਪਰ ਉਹ ਛੋਟਾ ਜਿਹਾ ਕੰਟਰੀ ਖੜਾ ਹੈ, ਔਰ ਚਾਈਨਾ ਤੇ ਇੰਡੀਆ ਵਰਗੇ ਕੰਟਰੀ ਉੱਥੇ ਨਹੀਂ ਖੜ ਪਾ ਰਹੇ। ਤੇ ਉਹ ਜਿਹੇ ਪਹਾੜ ਤਾਂ ਉੱਥੇ ਵੀ ਨੇ, ਉਹ ਜਿਹੇ ਹਿਮਾਲਿਆਜ਼ ਉੱਥੇ ਵੀ ਨੇ, ਉੱਥੇ ਕਿਉਂ ਨੁਕਸਾਨ ਨਹੀਂ ਹੋ ਰਿਹਾ? ਸਾਡੇ ਹੀ ਕਿਉਂ ਨੁਕਸਾਨ ਹੋਈ ਜਾ ਰਿਹਾ? ਇਹ ਸਾਰੇ ਮੈਨੂੰ ਲੱਗਦਾ ਇਹ ਸਾਰਿਆਂ ਨੂੰ ਇੱਕ ਨਵੇਂ ਸਿਰੇ ਤੋਂ ਦੇਖਣ ਦੀ ਲੋੜ ਹੈ, ਤੇ ਆਪਣੇ ਜਿਹੜੇ ਪੁਰਾਣੇ ਅਸੀਂ ਡਿਸੀਜਨ ਲਿੱਤੇ ਹੋਏ ਨੇ ਉਹਨਾਂ ਸਾਰਿਆਂ ਤੇ ਪੁਨਰ ਵਿਚਾਰ ਕਰਨ ਦੀ ਲੋੜ ਹੈ। ਅਸੀਂ ਸਾਰੇ ਕੁਛ ਨਾ ਕੁਛ ਹਰ ਵੇਲੇ ਊਲ ਜਲੂਲ ਦੇਖਦੇ ਰਹਿੰਦੇ ਆ। ਮੈਂ ਪਿਛਲੇ ਕੁਝ ਸਮੇਂ ਦੇ ਵਿੱਚ ਜਦੋਂ ਹੀ ਫੁਰਸਤ ਹੁੰਦੀ ਹੈ ਤਾਂ ਕਰੋੜਾਂ ਸਾਲ ਪਹਿਲੇ ਜਿਹੜੇ ਸਭ ਤੋਂ ਪੁਰਾਣੇ ਪਹਾੜ, ਜੰਗਲ, ਅੱਜ ਕੱਲ ਬਹੁਤ ਸਾਰੀ ਵੀਡੀਓਗ੍ਰਾਫੀ ਹੋਈ ਤੁਹਾਨੂੰ ਮਿਲ ਜਾਂਦੀ ਹੈ, ਔਰ ਬਨਸਪਤੀ ਕਿਵੇਂ ਉਪਜਦੀ ਆ ਕਰੋੜਾਂ ਸਾਲਾਂ ਦੇ ਵਿੱਚ, ਔਰ ਕਿਸ ਤਰੀਕੇ ਨਾਲ ਜੰਗਲ ਆਬਾਦ ਹੁੰਦੇ ਆ, ਤੇ ਇਸੇ ਤਰ੍ਹਾਂ ਨਾਲ ਪਹਾੜ ਕਿਸ ਤਰੀਕੇ ਨਾਲ ਵੱਧਦੇ ਆ। ਔਰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਦੁਨੀਆ ਭਰ 'ਚ ਬਹੁਤ ਕੰਮ ਹੋਇਆ। ਕਿਵੇਂ ਕੁਦਰਤ ਨੂੰ ਤੁਸੀਂ ਬੈਲੈਂਸ ਬਣਾ ਕੇ, ਸੰਤੁਲਨ ਬਣਾ ਕੇ ਚੱਲਣਾ ਹੈ, ਇਹ ਸਿੱਖਣ ਲਈ ਸਾਨੂੰ ਉਹਨਾਂ ਚੀਜ਼ਾਂ ਬਾਰੇ ਸੋਚਣ ਦੀ ਲੋੜ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।